सरदार भगवंत सिंह मान जिंदाबाद। ਅਸੀਂ ਸਨਾਮ ਦੀ ਸ਼ਹੀਦ ਊਧਮ ਸਿੰਘ ਦੀ ਧਰਤੀ ਦੇ ਉੱਤੇ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਦੁਨੀਆ ਦੇ ਬਿਹਤਰੀਨ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਜੀ, ਪੰਜਾਬ ਪ੍ਰਭਾਰੀ ਜਰਨੈਲ ਸਿੰਘ ਜੀ ਤੇ ਸਾਡੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਜੀ ਦਾ ਇੱਥੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ। दो जोरदार नारियां दे नाल आओ आवाज बुलंद करिए, इनकलाब। दोने हाथ खड़े करके इनकलाब इनकलाब। मैं बेनती करूंगा साडे अपने हलके दे सब तो वध वोटां दे नाल जितन वाले MLA अमन अरोड़ा जी नूं कि वो साडे अज दे आए हुए मेहमानां दा स्वागत भी करन, जी आया कहन ते अगली कार्रवाई जिहड़ी है वो MLA अमन अरोड़ा जी चलाउणगे। अमन अरोड़ा जी। इनकलाब आम आदमी पार्टी, श्री अरविंद केजरीवाल, भगवंत मान, मनीष सिसोदिया जी, सुनाम दा सारा व्यापारी, बहुत ही परम ते सत्कारयोग स्टेज उत्ते विराजमान पंजाब दी आन बान शान पंजाब के मुख मंत्री सरदार भगवंत सिंह जी मान साहब, दिल्ली के उप मुख्यमंत्री और जिन्हों ने पूरी दुनिया को दिखा दिता कि एजुकेशन सिस्टम दे विच, इकोनॉमी दे विच किवें रेवोल्यूशनरी बदलाव किया जा सकता है। मेरी मराज श्री मनीष सिसोदिया जी, उन्होंने नाल सरदार जरनैल सिंह जी MLA और पंजाब मामलों के इंचार्ज, बहुत ही सत्कारयोग फूड एंड सप्लाईज मिनिस्टर श्री लालचंद जी कटारू चक साहब, सारे सत्कारयोग MLA साहबान और सामने पंडाल दे विच मेरे बहुत ही सत्कारयोग सारे व्यापारी, इंडस्ट्रीलिस्ट, आड़तीए, शैलर वाले, दुकानदार, ट्रेडर वीर, सब तो पहला तो पत्रकार भरा, सब तो पहला तो तुहाडा सारिਆਂ ਦਾ दिल की गहराई ਦੇ ਵਿੱਚੋਂ बहुत बहुत ਧੰਨਵਾਦ कि ਤੁਸੀਂ ਅੱਜ ਮਾਨ ਸਾਹਿਬ ਦਾ, ਸਿਸੋਦੀਆ ਸਾਹਿਬ ਦਾ ਇਸਤਕਬਾਲ ਕਰਨ ਦੇ ਲਈ, ਉਹਨਾਂ ਦਾ ਵੈਲਕਮ ਕਰਨ ਦੇ ਲਈ ਤੁਸੀਂ ਅੱਜ ਇੱਥੇ ਪਹੁੰਚੇ ਹੋ। ਔਰ ਨਾਲ ਹੀ ਧੰਨਵਾਦ ਸਿਸੋਦੀਆ ਸਾਹਿਬ ਔਰ ਮਾਨ ਸਾਹਿਬ ਉਹਨਾਂ ਦਾ ਕਿ ਉਹ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਅੱਜ ਤੁਹਾਡੇ ਰੂਬਰੂ ਹੋਣ ਦੇ ਲਈ ਪਹੁੰਚੇ ਨੇ ਹੋ। ਮੈਂ ਸਮਝਦਾ ਕਿ ਅੱਜ ਇਸ ਪਰਿਵਾਰਕ ਮਿਲਣੀ ਦਾ मकसद है वो बहुत वड्डा है, क्योंकि पिछले 3 महीनों के विच जिस तरीके दे बेमिसाल फैसले, लामिसाल फैसले सरदार भगवंत सिंह जी मान साहब की सरकार वालों लए जा रहे हैं, उहदे नाल एक पूरी दुनिया दे विच मैसेज जिहड़ा वो बहुत वड्डा गया है। और जदों आपां मेरे इन्हां वीर व्यापारी भरावां की गल कर लैंदे आ, मनीष सर ये वो तबका है जिहड़ा जिन्हां दे मोढियां दे उपर इकोनमी नूं, पंजाब नूं चलाउण दा बोझ है,
ਜਿਨ੍ਹਾਂ ਨੇ ਪਿਛਲੇ ਲੰਮੇ ਸਮੇਂ ਚਾਹੇ ਅੱਤਵਾਦ ਦਾ ਕਾਲਾ ਦੌਰ ਸੀਗਾ, ਫਿਰ ਚਾਹੇ ਜਿਹੜੇ ਗੁਆਂਢੀ ਰਾਜ ਸੀਗੇ ਸੈਂਟਰ ਸਰਕਾਰ ਵੱਲੋਂ ਉਹਨਾਂ ਨੂੰ ਬੈਨੀਫਿਟਸ ਨੇ ਜਿਹੜੇ ਉਹ ਦਿੱਤੇ ਗਏ, ਤੇ ਫਿਰ ਚਾਹੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ, ਅਕਾਲੀ ਦਲ, ਕਾਂਗਰਸ, ਬੀਜੇਪੀ ਦੀਆਂ ਸਰਕਾਰਾਂ ਨੇ ਇਹਨਾਂ ਦਾ ਸ਼ੋਸ਼ਣ ਤਾਂ ਬਹੁਤ ਕੀਤਾ, ਇਹਨਾਂ ਦਾ ਘਾਣ ਤਾਂ ਬਹੁਤ ਕੀਤਾ, ਨੋਟ ਔਰ ਵੋਟ ਤਾਂ ਕਈ ਵਾਰੀ ਲਏ, ਬਹੁਤ ਵਾਰੀ ਲਏ, ਪਰ ਮਸਲੇ ਨੇ ਜਿਹੜੇ ਉਹ ਮਸਲੇ ਹੱਲ ਕਰਨ ਦੀ ਬਜਾਏ ਉਹ ਮਸਲੇ ਹੋਰ ਉਲਝਦੇ ਗਏ। ਇਹ ਉਹ ਵਰਗ ਹੈ ਜਿਹੜਾ ਕਿ ਸਰਕਾਰ ਤੋਂ ਸਿਰਫ ਔਰ ਸਿਰਫ ਇੰਨੀ ਕੁ ਉਮੀਦ ਰੱਖਦਾ ਸੀਗਾ ਕਿ ਸਾਨੂੰ ਤੁਸੀਂ ਇਮਾਨਦਾਰੀ ਦੇ ਨਾਲ, ਸਾਨੂੰ ਤੁਸੀਂ ਸ਼ਾਂਤੀ ਦੇ ਨਾਲ, ਸਾਨੂੰ ਤੁਸੀਂ ਬਿਨਾਂ ਪਰੇਸ਼ਾਨ ਕੀਤੇ, ਸਾਨੂੰ ਤੁਸੀਂ ਆਪਣਾ ਵਪਾਰ ਕਰ ਲੈਣ ਦਿਓ, ਪੈਸਾ ਵੀ ਆਪਣਾ, ਰੋਕੜ ਵੀ ਆਪਣੀ, ਮਿਹਨਤ ਵੀ ਆਪਣੀ, ਸਾਰਾ ਕੁਝ ਆਪਣਾ, ਤੇ ਫਿਰ ਵੀ ਆਪਦੇ ਪਰਿਵਾਰ ਦੇ ਨਾਲ ਨਾਲ ਸਟੇਟ ਦੀ ਇਕਨੋਮੀ ਨੂੰ ਚਲਾਉਣ ਦਾ ਕੰਮ ਵੀ ਕਰਦੇ ਰਹੇ ਔਰ ਕਾਲੇ ਦੌਰ ਦੇ ਵਿੱਚੋਂ ਵੀ ਨਿਕਲੇ। ਸਾਰੀਆਂ ਮਾਰਾਂ, ਸਾਰੀਆਂ ਸੱਟਾਂ ਚੱਲੀਆਂ, ਪਰ ਸੀ ਨਹੀਂ ਕੀਤੀ ਹੈਗੀ। ਪਰ ਇੱਕ ਚੀਜ਼ ਜਿਹੜੀ ਸਮੇਂ ਦੀਆਂ ਸਰਕਾਰਾਂ ਇਹਨਾਂ ਵਪਾਰੀ ਵੀਰਾਂ ਨੂੰ ਮੁਫਤ ਦੇ ਵਿੱਚ ਦੇਣਾ, ਜਿਨ੍ਹਾਂ ਦੀ ਜ਼ਿੰਮੇਵਾਰੀ ਸੀਗੀ ਇੱਜ਼ਤ, ਮਾਣ, ਸਤਿਕਾਰ, ਉਹ ਵੀ ਹੁਣ ਤੱਕ ਦੀਆਂ ਸਰਕਾਰਾਂ ਨੇ ਦਿੱਤਾ ਨਹੀਂ ਹੈਗਾ, ਜਿਹੜਾ ਕਿ ਸਭ ਤੋਂ ਵੱਡਾ ਮਲਾਲ ਹੈ। ਮੈਂ ਸਮਝਦਾ ਕਿ ਵਪਾਰੀ ਬਿਨਾਂ ਕਿਸੇ ਵੀ ਸਟੇਟ ਦੀ ਇਕਨੋਮੀ ਜਿਹੜੀ ਉਹ ਚੱਲ ਨਹੀਂ ਸਕਦੀ ਹੈਗੀ। ਜਿੰਨਾ ਸਬਸਿਡੀਜ਼ ਦਾ, ਕ੍ਰਾਸ ਸਬਸਿਡੀਜ਼ ਦਾ ਜਿੰਨਾ ਬੋਝ ਹੈ, ਉਹ ਸਾਰੇ ਦਾ ਘੁੰਮ ਫਿਰ ਕੇ ਉਹ ਬੋਝ ਅਲਟੀਮੇਟਲੀ ਤੁਹਾਡੇ ਲੋਕਾਂ ਦੇ ਮੋਢਿਆਂ ਦੇ ਉੱਪਰ ਹੀ ਆ ਜਾਂਦਾ ਹੈ। ਔਰ ਜਿਹੋ ਜਿਹਾ ਮਾਹੌਲ ਚਾਹੇ ਅੱਤਵਾਦ ਦੇ ਸਮੇਂ ਦੌਰਾਨ, ਤੇ ਫਿਰ ਚਾਹੇ ਸਰਕਾਰੀ ਅੱਤਵਾਦ, ਇੰਸਪੈਕਟਰੀ ਰਾਜ, ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਧੱਕੇਸ਼ਾਹੀਆਂ ਹੋਈਆਂ, ਜਿਹਦੀ ਵਜ੍ਹਾ ਕਰਕੇ ਵਪਾਰੀ ਸੀ ਜਿਹੜਾ ਉਹ, ਜਿਹੜੇ ਤਾਂ ਦਲੇਰ ਸੀ ਉਹ ਖੜੇ ਰਹੇ, ਕਈ ਇਹੋ ਜਿਹੇ ਵੀ ਘਰਾਣੇ ਸੀਗੇ ਜਿਹੜੇ ਬਾਹਰ ਨੂੰ ਪਲਾਇਨ ਕੀਤਾ। ਪਰ ਮੈਂ ਸਮਝਦਾ ਕਿ ਅੱਜ ਉਮੀਦ, ਆਸ ਦੀ ਕਿਰਨ ਹੈ ਜਿਹੜੀ ਉਹ ਵਪਾਰੀ ਵਰਗ ਦੇ ਵਿੱਚ ਜਾਗੀ ਹੈ ਕਿ ਇੱਕ ਜਿਹੜਾ ਲੰਮੇ ਸਮੇਂ ਦੀਆਂ ਆਸਾਂ, ਉਮੀਦਾਂ, ਮੁਰੀਦਾਂ ਸੀਗੀਆਂ ਕਿ ਸ਼ਾਇਦ ਕਦੇ ਕੋਈ ਇਹੋ ਜਿਹੀ ਸਰਕਾਰ ਆਊਗੀ, ਸ਼ਾਇਦ ਕਦੇ ਕੋਈ ਇਹੋ ਜਿਹਾ ਲੀਡਰ ਆਊਗਾ, ਸ਼ਾਇਦ ਕਦੇ ਕੋਈ ਇਹੋ ਜਿਹੀ ਪਾਰਟੀ ਆਊਗੀ ਜਿਹੜੀ ਇਮਾਨਦਾਰ ਸਰਕਾਰ ਦਊਗੀ, ਗੁੱਡ ਗਵਰਨੈਂਸ ਦਊਗੀ, ਜਿਹਦੀ ਵਜ੍ਹਾ ਕਰਕੇ ਵਪਾਰੀ, ਮੈਂ ਸਮਝਦਾ ਕਿ ਬੇਮੁਖ ਹੋਇਆ ਪਿਆ ਸੀਗਾ। ਅੱਜ ਉਹ ਇੱਕ ਨਵਾਂ ਹੌਸਲਾ, ਨਵੀਂ ਉਮੀਦ ਹੈ ਜਿਹੜੀ ਉਹ ਵਪਾਰੀ ਭਰਾਵਾਂ ਦੇ ਵਿੱਚ ਜਾਗੀ ਹੈ। ਔਰ ਬਹੁਤ ਉਦਾਹਰਨਾਂ ਨੇ, ਜੇ ਆਪਾਂ ਮਾਨ ਸਾਹਿਬ ਨੇ ਤਾਂ ਜੋ 3 ਮਹੀਨਿਆਂ ਦੇ ਵਿੱਚ ਕਰ ਰਹੇ ਨੇ, ਆਪਾਂ ਸਾਰੇ ਰੋਜ਼ ਦੇਖਦੇ ਸੁਣਦੇ ਹਾਂ। ਦਿੱਲੀ ਦੀ ਵੀ ਜੇ ਆਪਾਂ ਗੱਲ ਕਰੀਏ ਤੇ ਦਿੱਲੀ ਦੇ ਵਿੱਚ ਜਦੋਂ ਸਰਕਾਰ ਬਣੀ ਹੈ, ਮਨੀਸ਼ ਸਿਸੋਦੀਆ ਜੀ ਨੇ, ਕੇਜਰੀਵਾਲ ਸਾਹਿਬ ਉਹਨਾਂ ਨੇ ਦਿੱਲੀ ਦੇ ਵਪਾਰੀਆਂ ਦੇ ਉਦੋਂ ਵੈਟ ਸੀ, ਟੈਕਸਿਸ ਘਟਾਏ, 12.5% ਤੋਂ ਘਟਾ ਕੇ 5% ਕੀਤਾ। ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ, ਸੁਣ ਕੇ ਹੈਰਾਨੀ ਹੋਏਗੀ ਕਿ ਰੈਵਨਿਊ ਸੀ, ਜਿਹੜਾ ਪੈਸਾ ਸਰਕਾਰ ਨੂੰ ਆਉਂਦਾ ਸੀਗਾ, ਉਹ 2.5 ਗੁਣੇ ਹੋ ਗਿਆ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੋਇਆ ਕਿ ਵਪਾਰੀ ਇਮਾਨਦਾਰੀ ਦੇ ਨਾਲ, ਮਿਹਨਤ ਮੁਸ਼ੱਕਤ ਦੇ ਨਾਲ ਸਰਕਾਰ ਨੂੰ ਤੇ ਲੋਕਾਂ ਨੂੰ ਸਮਰਪਿਤ ਹੋ ਕੇ ਇਮਾਨਦਾਰੀ ਦੇ ਨਾਲ ਕੰਮ ਕਰਨਾ ਚਾਹੁੰਦਾ ਹੈ। ਪਰ ਜਦੋਂ ਵਪਾਰੀ ਨੂੰ ਤੰਗ ਪਰੇਸ਼ਾਨ ਕੀਤਾ ਜਾਵੇ, ਕਦੇ ਇੰਸਪੈਕਟਰੀ ਰਾਜ, ਕਦੇ ਰੇਡ ਰਾਜ, ਉਹ ਵਪਾਰੀ ਤੋਂ ਨਹੀਂ ਚੱਲਿਆ ਜਾਂਦਾ ਹੈਗਾ। ਔਰ ਇਸੇ ਤਰੀਕੇ ਦੇ ਨਾਲ ਜੇ ਆਪਾਂ ਗੱਲ ਕਰ ਲਈਏ ਸਿੱਖਿਆ ਦੇ ਖੇਤਰ ਦੀ, ਸਿੱਖਿਆ ਦੇ ਵਿੱਚ ਜੋ ਸਿਸੋਦੀਆ ਸਾਹਿਬ ਨੇ ਕੀਤਾ, ਅੱਜ ਮੈਂ ਸਮਝਦਾ ਕਿ ਇਕੱਲਾ ਪੰਜਾਬ ਜਾਂ ਦਿੱਲੀ ਜਾਂ ਮੁਲਕ ਹੀ ਨਹੀਂ, ਸਾਰੀ ਦੁਨੀਆ ਖੜ ਖੜ ਕੇ ਇਹਨਾਂ ਦੇ ਸਿੱਖਿਆ ਦੇ ਮਾਡਲ ਦੀ ਉਦਾਹਰਨਾਂ ਦਿੰਦੀ ਹੈ। ਇਸੇ ਤਰੀਕੇ ਦੇ ਨਾਲ ਬਜਟ ਦੀ ਜੇ ਆਪਾਂ ਗੱਲ ਕਰ ਲਈਏ, ਮਨੀਸ਼ ਸਰ ਦੱਸ ਰਹੇ ਸੀਗੇ ਬਰਨਾਲੇ ਕਿ 7 ਸਾਲਾਂ ਦੇ ਵਿੱਚ 2.5 ਗੁਣੇ ਜਿਹੜਾ ਬਜਟ ਦਾ ਸਾਈਜ਼ ਕਰ ਦਿੱਤਾ। ਤੇ ਇੱਥੇ ਪੰਜਾਬ ਦੇ ਵਿੱਚ ਹੁਣ ਤੱਕ ਦੀਆਂ ਮਾੜੀਆਂ ਤੇ ਕਰਪਟ ਸਰਕਾਰਾਂ ਨੇ 15 ਸਾਲਾਂ ਦੇ ਵਿੱਚ ਜਿਹੜਾ ਪੰਜਾਬ ਦੇ ਉੱਪਰ 50,000 ਕਰੋੜ ਦਾ ਕਰਜ਼ਾ ਸੀਗਾ, ਉਹ ਵਧਾ ਕੇ 3 ਲੱਖ ਕਰੋੜ ਦਾ ਕਰਜ਼ਾ ਦਿੱਤਾ। ਇੱਕ ਪਾਸੇ ਉਹ ਸਰਕਾਰ, ਉਹ ਲੀਡਰ ਜਿਹੜੇ 7 ਸਾਲਾਂ ਦੇ ਵਿੱਚ 2.5 ਗੁਣਾ ਬਜਟ ਦਾ ਸਾਈਜ਼ ਕਰ ਦਿੰਦੇ ਨੇ, ਤੇ ਇੱਕ ਪਾਸੇ ਹੁਣ ਤੱਕ ਦੀਆਂ ਮਾੜੀਆਂ ਸਰਕਾਰਾਂ ਜਿਨ੍ਹਾਂ ਨੇ 6 ਗੁਣੇ ਕਰ ਦਿੱਤਾ ਪੰਜਾਬ ਦੇ ਉੱਪਰ ਕਰਜ਼ੇ ਦਾ ਬੋਝ। ਸੋ ਮੇਰੀ ਤੁਹਾਨੂੰ, ਕਿਉਂਕਿ ਤੁਸੀਂ ਸਾਰੇ ਮੇਰੇ ਬਹੁਤ ਸਤਿਕਾਰਯੋਗ ਹੋ, ਪਿਛਲੇ ਸਮਿਆਂ ਦੇ ਵਿੱਚ ਚਾਹੇ 2017 ਦੀ ਗੱਲ ਕਰ ਲਾਂ, ਚਾਹੇ 22 ਦੀ ਗੱਲ ਕਰਾਂ, ਸੁਨਾਮ ਹਲਕੇ ਨੇ, ਸੁਨਾਮ ਦੇ ਪਿੰਡਾਂ ਨੇ, ਸੁਨਾਮ ਦੇ ਮੇਰੇ ਸ਼ਹਿਰੀ ਵੀਰਾਂ ਨੇ ਸਰ ਇੰਨਾ ਕੁ ਮਾਣ ਸਤਿਕਾਰ ਬਖਸ਼ਿਆ, ਇੰਨਾ ਕੁ ਆ ਮੇਰੇ ਵੀਰ ਜਿੰਨੇ ਬੈਠੇ ਨੇ, ਇਹਨਾਂ ਨੇ ਇਹ ਅੱਜ ਤੋਂ 3 ਮਹੀਨੇ ਪਹਿਲਾਂ ਜਿਹੜੀ ਲੜਾਈ ਤੁਹਾਡੀ ਰਹਿਨੁਮਾਈ ਦੇ ਹੇਠ ਚੱਕ ਕੇ ਚੱਲੇ ਸੀਗੇ, ਆਪ ਝੰਡਾ ਚੱਕ ਕੇ ਚੱਲੇ, ਤੇ ਇਹੋ ਜਿਹੇ ਝੰਡੇ ਗੱਡੇ ਕਿ ਮੇਰਾ ਸਿਰ ਝੁਕਾ ਕੇ ਸਜਦਾ ਕਰਨ ਨੂੰ ਜੀ ਕਰਦਾ ਮੇਰੇ ਸਾਰੇ ਵੀਰਾਂ ਦੇ ਅੱਗੇ। ਮੇਰੀ ਤੁਹਾਨੂੰ ਸੁਬਹ ਬਹੁਤਾ ਸਮਾਂ ਨਹੀਂ ਲੈਣਾ,
ਮਾਨ ਸਾਹਿਬ ਔਰ ਸਿਸੋਦੀਆ ਸਾਹਿਬ ਦੇ ਰੂਬਰੂ ਹੋਣਾ ਤੁਹਾਡੇ। ਮੈਂ ਮੇਰੇ ਸਾਰੇ ਵੀਰਾਂ ਨੂੰ ਇੱਕੋ ਹੀ ਬੇਨਤੀ ਕਰੂੰਗਾ, ਹੱਥ ਜੋੜ ਕੇ ਮੇਰੇ ਸਾਰੇ ਵੀਰ ਵਪਾਰੀ ਵੀਰਾਂ ਨੂੰ, ਅੱਜ ਤੋਂ 3 ਮਹੀਨੇ ਪਹਿਲਾਂ ਤੁਸੀਂ ਇੱਕ ਬਦਲਾਅ ਦੇ ਲਈ, ਕਿਉਂਕਿ ਉਹਨਾਂ ਮਾੜੀਆਂ ਪਾਰਟੀਆਂ ਦੇ ਸਿਸਟਮਾਂ ਤੋਂ ਦੁਖੀ ਹੋ ਕੇ ਤੁਸੀਂ ਸਾਰਿਆਂ ਨੇ ਬਦਲਾਅ ਦੇ ਨਾਮ ਤੇ ਵੋਟ ਪਾਈ, ਤੇ ਬਦਲ ਦੇ ਰੂਪ ਦੇ ਵਿੱਚ ਸਿਰਫ ਔਰ ਸਿਰਫ ਇੱਕੋ ਹੀ ਪਾਰਟੀ ਕੇਜਰੀਵਾਲ ਸਾਹਿਬ, ਮਾਨ ਸਾਹਿਬ ਔਰ ਆਮ ਆਦਮੀ ਪਾਰਟੀ ਨਜ਼ਰ ਆਉਂਦੀ ਸੀਗੀ, ਤੇ ਅੱਜ ਉਹ ਬਦਲਾਅ ਆਇਆ ਹੈ। ਪਰ ਮੈਂ ਨਾਲ ਇਹ ਵੀ ਕਹਿਣਾ ਚਾਹੂੰਗਾ ਕਿ ਜੇ ਆਪਾਂ ਇਕੱਲੇ ਕਹੀਏ ਕਿ ਸਰਕਾਰ ਬਦਲ ਕੇ, ਪਾਰਟੀ ਬਦਲ ਕੇ, ਮੁੱਖ ਮੰਤਰੀ ਬਦਲ ਕੇ ਜਾਂ ਐਮਐਲਏ ਬਦਲ ਕੇ ਬਦਲਾਅ ਪੂਰਾ ਹੋ ਜਾਊਗਾ, ਐ ਨਹੀਂ ਹੁੰਦਾ ਹੈਗਾ। ਆਪਾਂ ਨੂੰ ਵੀ ਐਜ਼ ਏ ਸਮਾਜ, ਆਪਾਂ ਲੋਕਾਂ ਨੂੰ ਵੀ ਸਾਰਿਆਂ ਨੂੰ ਬਦਲਣਾ ਪਊਗਾ। ਮੋਢੇ ਦੇ ਨਾਲ ਮੋਢਾ ਲਾ ਕੇ ਤੁਹਾਨੂੰ ਸਰਕਾਰ ਦੇ ਨਾਲ ਤੇ ਸਰਕਾਰ ਨੂੰ ਤੁਹਾਡੇ ਨਾਲ ਚੱਲਣਾ ਪਊਗਾ, ਤੇ ਚੱਲ ਰਹੀ ਹੈ ਭਗਵੰਤ ਮਾਨ ਜੀ ਦੀ ਸਰਕਾਰ। ਅੱਜ ਜਿਸ ਤਰੀਕੇ ਦੇ ਫੈਸਲੇ ਲਏ ਜਾ ਰਹੇ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਵਿੱਚ, ਸਭ ਤੋਂ ਵੱਧ ਜੇ ਭ੍ਰਿਸ਼ਟਾਚਾਰ ਦਾ ਨੁਕਸਾਨ ਕਿਸੇ ਨੂੰ ਹੁੰਦਾ, ਮਾਰ ਝੱਲਣੀ ਪੈਂਦੀ ਹੈ, ਤੇ ਉਹ ਤੁਹਾਨੂੰ ਵਪਾਰੀ ਵੀਰਾਂ ਨੂੰ ਝੱਲਣੀ ਪੈਂਦੀ ਹੈ। ਸੋ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਸ ਬਦਲਾਅ ਦੇ ਨਾਲ, ਸਰਕਾਰ ਤੇ ਸਿਆਸੀ ਸੋਚ ਦੇ ਬਦਲਾਅ ਦੇ ਨਾਲ ਆਪਾਂ ਨੂੰ ਵੀ ਬਦਲਣਾ ਪਊਗਾ। ਮੈਨੂੰ ਇਹ ਕਹਿਣ ਲੱਗਿਆ ਇੱਥੋਂ ਕੋਈ ਗੁਰੇਜ਼ ਨਹੀਂ ਹੈ ਕਿ ਅੱਜ ਤੋਂ 3-4 ਦਿਨ ਪਹਿਲਾਂ ਇੱਥੇ ਸਾਡੇ ਮੇਰੇ ਸ਼ੈਲਰ ਐਸੋਸੀਏਸ਼ਨ ਦੇ ਵੀ ਕਈ ਸਾਥੀ ਬੈਠੇ ਨੇ। ਸੁਨਾਮ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਜਿਸ ਦੇ ਵਿੱਚ ਜਿਹੜੇ 2 ਨੰਬਰ ਦੇ ਚਾਵਲ ਸੀਗੇ ਉਹ ਫੜੇ ਗਏ। ਮੇਰੇ ਹੱਥ ਬੰਨ੍ਹ ਕੇ ਵਪਾਰੀ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਲੋਕ ਸਾਰੇ ਦੇ ਸਾਰੇ ਬਹੁਤ ਇਮਾਨਦਾਰੀ ਦੇ ਨਾਲ, ਵਫਾਦਾਰੀ ਦੇ ਨਾਲ, ਕਮਿਟਮੈਂਟ ਦੇ ਨਾਲ, ਇਮਾਨਦਾਰੀ ਦੇ ਨਾਲ ਤੁਸੀਂ ਆਪਣਾ ਬਿਜ਼ਨਸ ਚਲਾਉਂਦੇ ਹੋ, ਪਰ ਵਿੱਚੋਂ ਕੋਈ ਸਾਥੀ ਇਹੋ ਜਿਹਾ ਹੁੰਦਾ ਹੈ ਜਿਹੜਾ ਸਾਰੇ ਟ੍ਰੇਡ ਨੂੰ ਬਦਨਾਮ ਕਰ ਦਿੰਦਾ ਹੈ। ਸਰਕਾਰ ਤੁਹਾਡੀ ਸਹੂਲਤ ਵਾਸਤੇ ਹੈ। ਸਰਕਾਰ ਮਾਨ ਸਾਹਿਬ ਤੋਂ ਲੈ ਕੇ ਥੱਲੇ ਤੱਕ ਅਸੀਂ ਲੋਕ ਸਾਰੇ ਇਹ ਮਨਸ਼ਾ ਰੱਖਦੇ ਹਾਂ, ਇਹ ਇੱਛਾ ਰੱਖਦੇ ਹਾਂ ਕਿ ਤੁਸੀਂ ਆਪੋ ਆਪਣੇ ਵਪਾਰਾਂ ਦੇ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ। ਤੁਸੀਂ ਜੇ ਅੱਜ ਕਿਸੇ ਕੋਲ 1 ਸ਼ੈਲਰ ਹੈ, 5 ਸਾਲਾਂ ਦੇ ਵਿੱਚ ਪ੍ਰਮਾਤਮਾ ਉਹਦੇ 10 ਸ਼ੈਲਰ ਲਵਾਵੇ। ਮਾਨ ਸਾਹਿਬ ਤੇ ਅਸੀਂ ਸਾਰੇ ਲੋਕ ਤੁਹਾਡੇ ਲਈ ਦਿਨ ਰਾਤ ਇੱਕ ਕਰਾਂਗੇ, ਦਿਨ ਰਾਤ ਇੱਕ ਕਰਾਂਗੇ, ਇਮਾਨਦਾਰੀ ਦੇ ਨਾਲ ਕਰਾਂਗੇ, ਵਫਾਦਾਰੀ ਦੇ ਨਾਲ ਕਰਾਂਗੇ। ਪਰ ਨਾਲ ਇੰਨੀ ਹੱਥ ਬੰਨ੍ਹ ਕੇ ਤੁਹਾਨੂੰ ਵੀ ਬੇਨਤੀ ਹੈ ਕਿ ਜੇ ਕੋਈ ਸਾਥੀ ਇਹੋ ਜਿਹਾ ਕੰਮ, ਜਿਹੜਾ ਮਾੜਾ ਕੰਮ ਅਕਾਲੀਆਂ ਕਾਂਗਰਸੀਆਂ ਨੇ ਆਪਦੇ ਲਾਹਿਆਂ ਪਿੱਛੇ, ਆਪਦੇ ਫਾਇਦੇ ਪਿੱਛੇ ਕਿਸੇ ਸਾਥੀ ਤੋਂ ਕਰਵਾਉਣਾ ਸ਼ੁਰੂ ਕਰ ਦਿੱਤਾ, ਕਿਰਪਾ ਕਰਕੇ ਹੁਣ ਸਮਾਂ ਬਦਲ ਗਿਆ, ਬਦਲਾਓ ਤੁਸੀਂ ਹੀ ਲੈ ਕੇ ਆਏ ਹੋ। ਹੁਣ ਆਪਾਂ ਵੀ ਉਹ ਕੰਮ ਹੈ ਉਹ ਛੱਡੀਏ, ਉਹ ਬਦਲਾਅ ਲੈ ਕੇ ਆਈਏ। ਮੈਂ ਦੁਬਾਰਾ ਆਪਣੀ ਗੱਲ ਰਿਪੀਟ ਕਰੂੰਗਾ ਕਿ ਤੁਹਾਨੂੰ ਆਪਣੇ ਵਪਾਰ ਦੇ ਵਿੱਚ ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ ਕਰੋ। ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੋਵੇ, ਤੁਹਾਡੇ ਕੋਲੋਂ ਕੋਈ ਇੱਕ ਨਵੇਂ ਪੈਸੇ ਰੁਪਏ ਦੀ ਝਾਕ ਕਰਦਾ ਹੋਵੇ, ਤੁਹਾਨੂੰ ਕੋਈ ਤੁਹਾਡੀ ਬਾਂਹ ਮਰੋੜਨ ਦੀ ਕੋਸ਼ਿਸ਼ ਕਰਦਾ ਹੋਵੇ, ਉਹ ਤੁਸੀਂ ਸਾਨੂੰ ਤੇ ਮੇਰੇ ਵਰਗੇ ਕੇਜਰੀਵਾਲ ਸਾਹਿਬ ਔਰ ਮਾਨ ਸਾਹਿਬ ਦੇ ਸਿਪਾਹੀਆਂ ਨੂੰ ਦੱਸੋ। ਅਸੀਂ ਸਰਕਾਰ ਤੱਕ ਤੁਹਾਡੀ ਗੱਲ ਲੈ ਕੇ ਜਾਵਾਂਗੇ ਔਰ ਇਮਾਨਦਾਰੀ ਦੇ ਨਾਲ ਆਪਾਂ ਇਸ ਪੰਜਾਬ ਨੂੰ ਮੁੜ ਦੁਬਾਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਈਏ। ਇਹੀ ਆਪਣੀ ਸਾਰਿਆਂ ਦੀ ਕੋਸ਼ਿਸ਼ ਹੈ ਜਿਹੜੀ ਹੋਣੀ ਚਾਹੀਦੀ ਹੈ, ਕਿਉਂਕਿ ਜੇ ਇਮਾਨਦਾਰੀ ਦੇ ਨਾਲ ਚੱਲਾਂਗੇ ਤਾਂ ਹੀ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਇੱਕ ਚੰਗਾ ਸੋਹਣਾ ਪੰਜਾਬ ਆਪਾਂ ਦੇ ਸਕਾਂਗੇ। ਸੋ ਬਹੁਤਾ ਸਮਾਂ ਨਾ ਲੈਂਦਾ ਹੋਇਆ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਜਿੱਥੇ ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰੂੰਗਾ ਕਿ ਆਮ ਆਦਮੀ ਪਾਰਟੀ ਵੱਲੋਂ, ਮਾਨ ਸਾਹਿਬ ਦੇ ਵੱਲੋਂ, ਕੇਜਰੀਵਾਲ ਸਾਹਿਬ ਵੱਲੋਂ ਗੁਰਮੇਲ ਸਿੰਘ ਘਰਾਚੋਂ ਉਮੀਦਵਾਰ ਨੇ 8 ਸਾਲ ਜਿਸ ਤਰੀਕੇ ਦੇ ਨਾਲ, ਜਿਸ ਬੇਬਾਕੀ ਦੇ ਨਾਲ, ਜਿਸ ਬੁਲੰਦੀ ਔਰ ਸਾਫ਼ਗੋਈ ਦੇ ਨਾਲ ਮਾਨ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਆਵਾਜ਼ ਚੱਕੀ ਹੈ, ਹੁਣ ਇਹਨਾਂ ਦਾ ਹੀ ਸ਼ਾਗਿਰਦ, ਇਹਨਾਂ ਦੀ ਹੀ ਉਂਗਲ ਫੜ ਕੇ ਰਾਜਨੀਤੀ ਦੇ ਵਿੱਚ ਚੱਲਿਆ। ਇੱਕ ਪਿੰਡ ਦਾ ਸਰਪੰਚ ਪਾਰਲੀਮੈਂਟ ਦੇ ਵਿੱਚ ਪਹੁੰਚਾਉਣ ਦੀ ਆਪਣੀ ਸਾਰੇ ਵੀਰਾਂ ਦੀ, ਸਾਰੇ ਭਰਾਵਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ। ਔਰ ਸਾਰੇ ਇੱਕ ਵਾਰ ਬਾਹਾਂ ਖੜੀਆਂ ਕਰਕੇ ਮਾਨ ਸਾਹਿਬ ਨੂੰ ਔਰ ਸਿਸੋਦੀਆ ਸਾਹਿਬ ਨੂੰ ਵਿਸ਼ਵਾਸ ਦਿਵਾ ਦਿਓ ਕਿ ਜੋ ਰਿਕਾਰਡ ਤੁਸੀਂ ਪਹਿਲਾਂ 3 ਮਹੀਨੇ ਪਹਿਲਾਂ ਬਣਾਇਆ ਸੀਗਾ, ਉਹੀ ਰਿਕਾਰਡ ਅੱਜ ਫੇਰ ਤੋੜਨ ਜਾ ਰਹੇ ਹੋ। ਇਹ ਇਨਕਲਾਬ ਆਮ ਆਦਮੀ ਪਾਰਟੀ। ਬਹੁਤ ਬਹੁਤ ਧੰਨਵਾਦ ਜੀ। ਹੁਣ ਮੈਂ ਬੇਨਤੀ ਕਰੂੰਗਾ ਸਾਡੇ ਪੰਜਾਬ ਦੇ ਇੰਚਾਰਜ ਸਰਦਾਰ ਜਰਨੈਲ ਸਿੰਘ ਜੀ ਕਿ ਆਉਣ ਔਰ ਤੁਹਾਡੇ ਰੂਬਰੂ ਹੋਣ। ਇਨਕਲਾਬ ਆਮ ਆਦਮੀ ਪਾਰਟੀ ਸੰਗਰੂਰ ਜਿਮਨੀ ਚੋਣ ਦੇ ਪ੍ਰਚਾਰ ਵਿੱਚ ਸੁਨਾਮ ਹਲਕੇ ਦੇ ਵਪਾਰੀਆਂ ਦੀ ਮੀਟਿੰਗ ਵਿੱਚ ਮੌਜੂਦ ਪੰਜਾਬ ਦੇ ਬਹੁਤ ਹੀ
ਲੋਕਾਂ ਦੇ ਪਸੰਦੀਦਾ ਮੁੱਖ ਮੰਤਰੀ, ਸਾਡੀ ਸਭ ਦੀ ਸ਼ਾਨ ਮਾਨਯੋਗ ਭਗਵੰਤ ਮਾਨ ਜੀ, ਦਿੱਲੀ ਦੇ ਉਪ ਮੁੱਖ ਮੰਤਰੀ ਤੇ ਦੇਸ਼ ਦੇ ਸਭ ਤੋਂ ਸਰਵਸ਼੍ਰੇਸ਼ਠ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਜੀ, ਪੰਜਾਬ ਦੇ ਕੈਬਨਿਟ ਮਿਨਿਸਟਰ ਲਾਲ ਚੰਦ ਕਟਾਰੂ ਚੱਕ ਸਾਹਿਬ, ਇਸ ਹਲਕੇ ਦੇ ਬਹੁਤ ਹੀ ਹੋਣਹਾਰ, ਪੰਜਾਬ 'ਚ ਸਭ ਤੋਂ ਜ਼ਿਆਦਾ ਵੋਟਾਂ ਨਾਲ ਜਿੱਤਣ ਵਾਲੇ ਐਮਐਲਏ ਅਮਨ ਅਰੋੜਾ ਜੀ, ਬਾਕੀ ਐਮਐਲਏ ਸਾਹਿਬਾਨ ਤੇ ਸੰਗਰੂਰ ਦੇ ਸਾਰੇ ਵਪਾਰੀਆਂ ਨੂੰ ਮੈਂ ਸਤਿ ਸ਼੍ਰੀ ਅਕਾਲ ਕਰਦਾ, ਫਤਿਹ ਦੀ ਅਰਜ਼ ਪ੍ਰਵਾਨ ਕਰ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਿੱਚ ਮਨੀਸ਼ ਸਿਸੋਦੀਆ ਜੀ ਬੈਠੇ ਨੇ ਤੇ ਇੱਕ ਗੱਲ ਮੈਂ ਚੈਲੰਜ ਨਾਲ ਕਹਿ ਸਕਦਾ, ਇੱਥੇ ਜਿੰਨੇ ਬੰਦੇ ਬੈਠੇ ਨੇ, ਜੇ ਮੈਂ ਪੁੱਛਾਂ ਕਿ ਦੇਸ਼ ਦਾ ਸਿੱਖਿਆ ਮੰਤਰੀ ਕੌਣ ਹੈ ਤੇ ਕਿਸੇ ਨੂੰ ਨਹੀਂ ਪਤਾ ਹੋਣਾ। ਜੇ ਪਤਾ ਤੇ ਹੱਥ ਖੜਾ ਕਰ ਦੋ। ਪਰ ਜੇ ਮੈਂ ਕਹਾਂ ਦਿੱਲੀ ਦਾ ਸਿੱਖਿਆ ਮੰਤਰੀ ਕੌਣ ਹੈ ਤੇ ਸਾਰੀ ਦੁਨੀਆ ਨੂੰ ਪਤਾ ਜੀ ਮਨੀਸ਼ ਸਿਸੋਦੀਆ ਜੀ ਦਿੱਲੀ ਦੇ ਸਿੱਖਿਆ ਮੰਤਰੀ ਨੇ। ਇਹ ਕਿਉਂ ਪਤਾ ਇਸ ਕਰਕੇ ਹੈ ਕਿ ਐਜੂਕੇਸ਼ਨ ਦਾ ਇੱਕ ਨਵਾਂ ਸਿਸਟਮ ਦੇਸ਼ ਦੇ ਅੱਗੇ ਰੱਖਿਆ। ਜਿਨ੍ਹਾਂ ਸਰਕਾਰੀ ਸਕੂਲਾਂ ਵਿੱਚ ਲੋਕੀ ਮਜਬੂਰੀ 'ਚ ਬੱਚੇ ਪੜ੍ਹਾਉਂਦੇ ਸੀ, ਅੱਜ ਪ੍ਰਾਈਵੇਟ ਸਕੂਲਾਂ 'ਚੋਂ ਕਢਾ ਕੇ ਪੜ੍ਹਾਉਂਦੇ ਨੇ। ਇਹ ਕੰਮ ਬੋਲਦਾ, ਇਹਨੂੰ ਕਹਿੰਦੇ ਨੇ ਕੰਮ ਦਾ ਬੋਲਣਾ। ਬੰਦਾ ਨਹੀਂ ਬੋਲਦਾ, ਬੰਦੇ ਦੇ ਕੰਮ ਬੋਲਦੇ ਹੈ। ਤੇ ਇੱਦਾਂ ਹੀ ਜਿਹੜੇ ਵਾਅਦੇ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਜੀ ਦੀ ਸਰਪ੍ਰਸਤੀ ਹੇਠ ਦਿੱਲੀ 'ਚ ਕੀਤੇ ਸੀ, ਉਹਨਾਂ ਵਾਅਦਿਆਂ ਨੂੰ ਪੂਰਾ ਕਰਕੇ ਪੰਜਾਬ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ। ਤੇ ਹੁਣ ਉਸੇ ਨਕਸ਼ੇ ਕਦਮ ਤੇ ਚੱਲਦੇ ਹੋਏ ਭਗਵੰਤ ਮਾਨ ਜੀ ਨੇ 3 ਮਹੀਨਿਆਂ ਦੇ ਅੰਦਰ ਜੋ ਕੰਮ ਕੀਤੇ ਨੇ, ਮੈਨੂੰ ਪਤਾ ਹੈ, ਜਿੱਦਾਂ ਅਮਨ ਅਰੋੜਾ ਜੀ ਨੇ ਕਿਹਾ ਕਿ 26 ਤਰੀਕ ਨੂੰ ਜਦੋਂ ਵੋਟਾਂ ਦੀ ਗਿਣਤੀ ਹੋਏਗੀ ਤੇ ਪਿਛਲੇ ਨਤੀਜੇ ਵੀ ਭੁੱਲ ਜਾਣੇ ਚਾਹੀਦੇ ਨੇ। ਇੱਦਾਂ ਦੇ ਨਤੀਜੇ ਆਣੇ ਚਾਹੀਦੇ ਨੇ ਪੰਜਾਬ ਸਰਕਾਰ ਦੇ ਕੰਮਾਂ ਦੇ ਦਮ ਤੇ। ਮੈਂ ਬਹੁਤਾ ਸਮਾਂ ਨਹੀਂ ਲੈਣਾ, ਬਸ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਭਗਤ ਸਿੰਘ ਦੀ ਸੋਚ ਤੇ ਭਗਤ ਸਿੰਘ ਦੀ ਪੱਗ ਨੂੰ ਜੇ ਦੇਸ਼ ਦੀ ਸੰਸਦ ਵਿੱਚ ਕਿਸੇ ਨੇ ਰੱਖਿਆ, ਪਛਾਣ ਹੋ ਰੱਖੀ ਹੈ ਤੇ ਭਗਵੰਤ ਮਾਨ ਜੀ ਨੇ ਰੱਖੀ ਹੈ। ਐਮਐਲਏ ਤੇ ਐਮਪੀ ਤੇ ਹੋਰ ਵੀ 12 ਸੀਗੇ, ਪਰ ਉਸ ਸੋਚ ਤੇ ਜੇ ਕੋਈ ਟਿਕਿਆ ਰਿਹਾ ਤੇ ਉਹ ਭਗਵੰਤ ਮਾਨ ਜੀ ਟਿਕੇ ਰਹੇ ਨੇ। ਉਸ ਪੱਗ ਨੂੰ, ਉਸ ਪੱਗ ਦੀ ਹਾਜ਼ਰੀ ਨੂੰ ਦੇਸ਼ ਦੀ ਸੰਸਦ ਵਿੱਚ ਬਰਕਰਾਰ ਰੱਖਣਾ ਹੈ। ਆਉਣ ਵਾਲੀ 23 ਤਰੀਕ ਨੂੰ ਗੁਰਮੇਲ ਸਿੰਘ ਘਰਾਚੋ ਜੀ ਨੂੰ ਵੋਟ ਪਾ ਕੇ ਆਪਣੇ ਸੰਗਰੂਰ ਹਲਕੇ ਦੀ ਹਾਜ਼ਰੀ ਸੰਸਦ ਵਿੱਚ ਬਰਕਰਾਰ ਰੱਖਣੀ ਹੈ ਤੇ 23 ਤਰੀਕ ਨੂੰ ਝਾੜੂ ਤੇ ਬਟਨ ਦਬਾ ਕੇ ਗੁਰਮੇਲ ਸਿੰਘ ਜੀ ਨੂੰ ਫਿਰ ਤੋਂ ਆਪਣਾ ਸੇਵਾਦਾਰ ਬਣਾਉਣਾ ਹੈ। ਭਗਵੰਤ ਮਾਨ ਜੀ ਦੇ ਕੰਮਾਂ ਨੂੰ ਵੇਖ ਕੇ ਤੁਸੀਂ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ ਤੇ ਬਹੁਤ ਬਖੂਬੀ ਹਰ ਦਿਨ ਜੇ ਕਿਹਾ ਸੀ ਕਰਪਸ਼ਨ ਦੇ ਖਿਲਾਫ ਜ਼ੀਰੋ ਟੋਲਰੈਂਸ ਰੱਖਾਂਗੇ ਤੇ ਜ਼ੀਰੋ ਟੋਲਰੈਂਸ ਤੇ ਚੱਲ ਰਹੀ ਹੈ। ਭਾਵੇਂ ਸੰਤਰੀ ਹੈ, ਭਾਵੇਂ ਮੰਤਰੀ ਹੈ, ਕੰਮ ਬਹੁਤ ਸਾਰੇ ਨੇ ਅੱਗੇ ਉਹ ਗਿਣਵਾਣਗੇ ਤੁਹਾਨੂੰ। ਤੇ ਮੇਰੀ ਇੰਨੀ ਕੁ ਬੇਨਤੀ ਹੈ, 23 ਤਰੀਕ ਨੂੰ ਝਾੜੂ ਤੇ ਬਟਨ ਦਬਾ ਕੇ ਤੇ ਫਿਰ ਤੇ ਉਹ ਸੰਗਰੂਰ ਦਾ ਐਮਪੀ ਚੁਣੋ ਜੋ ਦੇਸ਼ ਦੀ ਸੰਸਦ ਦੇ ਵਿੱਚ ਗੱਜ ਵੱਜ ਕੇ ਭਗਤ ਸਿੰਘ ਦੀ ਸੋਚ ਨੂੰ ਬੁਲੰਦ ਰੱਖੇ। ਬਹੁਤ ਬਹੁਤ ਧੰਨਵਾਦ। ਇਨਕਲਾਬ ਜਿੰਦਾਬਾਦ। ਮੈਂ ਇਸਤਕਬਾਲ ਕਰਦਾ, ਜੀ ਆਇਆਂ ਆਖਦਾ ਮੇਰੇ ਸਤਿਕਾਰਯੋਗ ਕਲੀਗਸ ਦਾ, ਐਮਐਲਏ ਸਾਹਿਬਾਨ ਦਾ, ਗੋਲਡੀ ਕੰਬੋਜ ਜੀ, ਹਰਮੀਤ ਪਠਾਨ ਮਾਜਰਾ ਜੀ, ਸਾਹਿਬ ਫੌਜਾ ਸਿੰਘ ਜੀ, ਕਾਕਾ ਬਰਾੜ ਜੀ, ਸਾਹਿਬ ਗੁਰਮੀਤ ਸਿੰਘ ਖੁੱਡੀਆ ਜੀ, ਲਾਡੀ ਢੋਸ ਜੀ, ਔਰ ਇਸ ਤੋਂ ਪਹਿਲਾਂ ਕਿ ਸਾਰੇ ਸਾਥੀ ਬੜੇ ਕਈ ਦਿਨਾਂ ਤੋਂ ਲੱਗੇ ਹੋਏ ਨੇ, ਮਿਹਨਤ ਕਰ ਰਹੇ ਨੇ ਦਿਨ ਰਾਤ ਆਮ ਆਦਮੀ ਪਾਰਟੀ ਦੀ ਚੜ੍ਹਦੀ ਕਲਾ ਦੇ ਲਈ। ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਰੂਬਰੂ ਕਰਾਂ ਦੇਸ਼ ਦੇ ਸਰਵੋੱਚ ਸਿੱਖਿਆ ਤੇ ਫਾਈਨੈਂਸ ਮਿਨਿਸਟਰ ਦਿੱਲੀ ਦੇ ਉਪ ਮੁੱਖ ਮੰਤਰੀ ਸ਼੍ਰੀ ਮਨੀਸ਼ ਸਿਸੋਦੀਆ ਜੀ ਨੂੰ, ਜਿਨ੍ਹਾਂ ਨੂੰ ਮੈਂ ਸਮਝਦਾ ਕਿ ਕਿਸੇ ਜਾਣ ਪਹਿਚਾਣ ਦੀ ਲੋੜ ਨਹੀਂ ਹੈ, ਕਿਉਂਕਿ ਅੱਜ ਤੋਂ ਲੰਮਾ ਸਮਾਂ 10 ਸਾਲ ਤੋਂ ਜਦੋਂ ਤੋਂ ਐਂਟੀ ਕਰਪਸ਼ਨ ਮੂਵਮੈਂਟ ਚੱਲ ਰਹੀ ਹੈ, ਅਰਵਿੰਦ ਕੇਜਰੀਵਾਲ ਜੀ ਦੇ ਨਾਲ ਸਾਏ ਦੀ ਤਰ੍ਹਾਂ, ਇੱਕ ਜਾਨ ਦੋ ਜਿੰਦ ਦੀ ਤਰ੍ਹਾਂ, ਜਿਨ੍ਹਾਂ ਨੇ ਰਾਜਨੀਤੀ ਨੂੰ ਬਦਲ ਕੇ ਰੱਖ ਦਿੱਤਾ। ਔਰ ਗਲੋਬਲੀ ਦੁਨੀਆ ਦੇ ਵਿੱਚ ਜਦੋਂ ਸਿੱਖਿਆ ਔਰ ਇਕਨੋਮੀ ਦੀ ਗੱਲ ਹੁੰਦੀ ਹੈ ਤੇ ਮਨੀਸ਼ ਸਿਸੋਦੀਆ ਜੀ ਦਾ ਨਾਮ ਮੈਂ ਸਮਝਦਾ ਕਿ ਪਹਿਲੇ ਨੰਬਰ ਤੇ ਲਿਆ ਜਾਂਦਾ ਹੈ। ਔਰ ਇਹ ਸਭ ਤੋਂ ਵੱਡੀ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦੇ ਲਈ ਫਖਰ ਦੀ ਗੱਲ ਹੈ। ਸੋ ਮੈਂ ਬੇਨਤੀ ਕਰਦਾ ਸ਼੍ਰੀ ਮਨੀਸ਼ ਸਿਸੋਦੀਆ ਜੀ ਨੂੰ ਕਿ ਉਹ ਆਉਣ ਔਰ ਤੁਹਾਡੇ रूबरू होना। आज यहाँ इस सभा में पधारे सुनाम के सभी भाइयों बहनों और विशेषकर व्यापारी भाइयों बहनों, आप सबको नमस्कार। मंच पर उपस्थित पंजाब के
लोकप्रिय मुख्यमंत्री और शायद पंजाब के इतिहास में सबसे तेजी से काम करने वाले और सबसे ईमानदार मुख्यमंत्री, सबसे सख्त मुख्यमंत्री भगवंत मान जी, आपके प्यारे भाई, छोटे भाई, बड़े भाई, बहुत लोगों के, और मेरे प्रिय मित्र भाई अमन अरोड़ा जी, हमारे खाद्य मंत्री लालचंद भाई जी, साथ साथ सभी एमएलए साहिबान, जर्नैल सिंह जी जो दिल्ली में मेरे साथ एमएलए हैं, साथ साथ पंजाब के मामलों के प्रभारी हैं। मैं आपको बधाई देना चाहता हूं पहले तो कि पंजाब की आपकी सरकार, जिसको आपने 3 महीने पहले चुना और भगवंत मान जी को मुख्यमंत्री बनाया, हम सब ने मिलकर पूरे पंजाब में एक आवाज लगाई थी, एक मौका केजरीवाल को, एक मौका भगवंत मान को, और आपने वो मौका दिया। उस मौके की बदौलत आज पंजाब में, पंजाब के इतिहास की सबसे ज्यादा तेजी से काम करने वाली सरकार चल रही है, सबसे तेजी से काम करने वाली। जितने तेजी से 3 महीने के अंदर अंदर माननीय भगवंत मान जी मुख्यमंत्री पंजाब ने पंजाब सरकार में बैठ के फैसले लिए हैं, 3 महीने के अंदर अंदर जिस तरह के फैसले लिए हैं, ऐसे कड़े फैसले, ऐसे जनता के उपयोगी फैसले, अपराधियों के मन में डर फैलाने वाले फैसले और उम्मीद जगाने वाले फैसले, युवाओं के लिए रोजगार दिलाने वाले फैसले, ऐसे फैसले लेने के लिए पुरानी रिवायती पार्टियां 10-10 साल में भी नहीं ले पाती थी, जो उन्होंने 3 महीने के अंदर ले दिए। मैं यहां आज पंजाब में हूं इसलिए नहीं कह रहा, अभी मैं और मीत हैयर जी शिक्षा मंत्रियों के सम्मेलन में गुजरात में गए थे, वहां पे बहुत लोगों से मिले, गांव में गए, वहां पे लोग हमसे कह रहे थे कि जी आपकी पंजाब सरकार बड़ी तेजी से काम कर रही है, बहुत शानदार काम। पहले जब मैं कहीं देश में जाता था, कश्मीर से लेकर कन्याकुमारी तक जाता था, लोग पहचान लेते थे, पहचान के कहते थे, मनीष जी आपको अगर हमारे राज्य में काम करने का मौका मिले, दिल्ली जैसा काम कर पाओगे क्या? अभी मैं गुजरात में गया चुनावों के लिए, तो लोगों ने कहा जी दिल्ली और पंजाब जैसा काम कर पाओगे क्या? मैं हिमाचल में गया अभी चुनावों के लिए, मुझसे लोग ये नहीं पूछ रहे थे दिल्ली, मुझसे लोग पूछ रहे थे जैसे दिल्ली और पंजाब में काम हो रहे हैं वैसे कर पाओगे क्या? तो मैं इसके लिए आप सबको बधाई देता हूं कि आपने पंजाब के इतिहास में सबसे ज्यादा तेजी से काम करने वाली, सबसे फास्ट फैसले लेने वाली सरकार चुनी है, और उसके मुखिया भगवंत मान जी मुख्यमंत्री के रूप में आपके बीच बैठे हैं। मैं इस अवसर पर माननीय मुख्यमंत्री जी को भी बहुत बधाई देना चाहता हूं, एमएलए साहिबान को, मंत्री जी को, सबको इस बात की बधाई कि आपकी सरकार देश में आम आदमी पार्टी का नाम कर रही है, एक आम पंजाबी का गर्व, सीना, गर्व से सीना ऊंचा कर रही है, सर गर्व से ऊंचा कर रही है आपकी सरकार। पंजाब का आदमी कहीं भी जाता है तो लोग पूछते हैं यार आपकी सरकार तो बड़ा बढ़िया काम कर रही है, इतने फैसले ले लिए, क्या फैसले हैं जिनकी चर्चा पूरे देश में हो रही है? सबसे पहला फैसला जो कभी किसी मुख्यमंत्री को लेते हुए बड़ा डर लगता है, वो था करप्शन बंद करना, क्योंकि जो नेता करप्शन करने आते हैं वो करप्शन कभी बंद नहीं कर सकते। मैं बहुत सारे व्यापारियों से मिला पंजाब में चुनाव से पहले, सबने कहा कि जी मेहनत हम कर लेते हैं लेकिन करप्शन बंद कर देना, हमारी मेहनत से हम पंजाब को चमका देंगे, व्यापार को चमका देंगे। भगवंत मान जी ने मुख्यमंत्री बनने के बाद सबसे पहला फैसला यही लिया कि पंजाब के किसी भी व्यापारी को, किसी भी आम आदमी को अब रिश्वत नहीं देनी पड़ेगी, और पंजाब का कोई अफसर, पंजाब का कोई संतरी, पंजाब का कोई इंस्पेक्टर, पंजाब का कोई पटवारी, यहां तक कि पंजाब का कोई मंत्री भी रिश्वत मांगेगा तो उसकी जगह जेल में होगी, उसकी जगह सरकार में नहीं होगी। फोन नंबर जारी कर दिया कि मुझे रिश्वत मांगने वाले की रिकॉर्डिंग करो और मुझको भेज दो। सैकड़ों लोगों को मान साहब ने अंदर करा दिया है पिछले 3 महीने में रिश्वत मांगने में, कभी पंजाब के इतिहास में नहीं हुआ। और आपने भी देखा होगा और हमने भी देखा है कि पंजाब के इतिहास में यह तो हुआ है कि सरकारी जमीन पर सुख विलास खड़े कर लिए गए। पंजाब के इतिहास में हमने ये तो देखा है कि 5 साल मुख्यमंत्री रहने के बाद लोगों ने अपने घर पे हेलीपैड बनवा लिए, पर्सनल हेलीपैड,
देखा है कि नहीं देखा? लेकिन पंजाब के इतिहास में आपने ये कभी नहीं देखा होगा कि किसी मुख्यमंत्री ने कहा कि मैं अपने संतरियों पर नहीं, मंत्रियों पर भी पूरी नजर रखूंगा और कोई गड़बड़ करता हुआ पाया गया तो टांग दूंगा। ये केवल और केवल भगवंत मान जी कर सकते हैं, केजरीवाल जी कर सकते हैं, और करके दिखाया, सिर्फ कहा नहीं। जहां यह पता चला कि पटवारी रिश्वत मांग रहा है तो पटवारी को जेल भेज दिया, एसडीएम रिश्वत मांग रहा है तो एसडीएम को जेल भेज दिया, और जब पता चला कि मेरे पास बैठा हुआ मंत्री भी गड़बड़ करने की कोशिश कर रहा है तो मीडिया में खबर नहीं आनी दी। मीडिया में खबर आती उससे पहले मीडिया बताता कि साहब गड़बड़ कर रहा है आपका मंत्री, कोई और आके बताता जी आपका मंत्री रिश्वत मांग रहा है, उससे पहले उठा के मंत्री को जेल में भेज दिया। ये आम आदमी पार्टी में ही हो सकता है, ये केजरीवाल जी कर सकते हैं, ये भगवंत मान जी कर सकते हैं। देश की किसी राजनीतिक पार्टी का कोई नेता इतना बड़ा कदम नहीं उठा सकता है जो भाई भगवंत मान जी ने उठा के दिखाया। इसीलिए इस बात की चर्चा हो रही है कि यार एक आप ही लोग हो, आम आदमी पार्टी वाले ही हो, जो एक देश के व्यापारी को, पूरे देश के व्यापारियों को इस रिश्वतखोरी से निजात दिला सकते हो। आज ये भरोसा सिर्फ दिल्ली से नहीं, पूरे पंजाब से देश भर में जा रहा है। और सिर्फ बात ईमानदारी की नहीं है, काम हो रहा है लगातार, चारों तरफ काम हो रहा है। जिस तरह के काम देने की उम्मीद लोगों ने की थी, केजरीवाल जी ने पहली गारंटी दी थी, भगवंत मान जी और केजरीवाल जी ने, कि हमारी सरकार बनवाओ, हम बिजली के बिल फ्री करेंगे। जुलाई के महीने से आपके घर में जो बिजली आएगी उसके बिल जीरो आने वाले हैं। आप लिख लो, मान साहब ने पहले ही ऐलान कर रखा है। 25,000 नौकरियां, आजकल नौकरियों की बहुत बात चल रही है, सुन रहे होगे, रोज टीवी पे गुस्से में घूम रहा है देश का नौजवान कि नौकरियों के नाम पे और सेना के नाम पे हमारे भविष्य से खिलवाड़ कर रहे हो। हम कहते हैं नौकरियां दो, तो आप कहते हो 17 साल के आओ, 21 साल के जाओ, 4 साल नौकरी करवाएंगे फिर लात मार के भगा देंगे। ऐसी नौकरियां मान साहब की सरकार नहीं दे रही है। मान साहब की, मोदी जी कह रहे हैं कि मैं 10 लाख नौकरी दे रहा हूं, लेकिन नौकरी ऐसी है कि 17 साल के आना, 21 साल के बाद चले जाना, हमको नहीं पता तुम क्या करोगे उसके बाद, खाना पीना जीना मरना हमें नहीं पता क्या करोगे। लेकिन मान साहब कह रहे हैं कि मेरे पास 25,000 नौकरियां हैं और वो मैं इस पंजाब के नौजवानों को दे रहा हूं, लेकिन वो 4 साल वाली नौकरियां नहीं दे रहा हूं, बेवकूफ नहीं बना रहा हूं नौकरियां देने के नाम पर। 4 साल वाली नहीं, पूरे 60 साल में रिटायर होने वाली नौकरियां दे रहे हैं। जितने लोगों को, हजारों लोगों को नौकरियां दी जा चुकी हैं 3 महीने के अंदर अंदर, और अभी पूरे 25,000 नौकरियां मिल रही हैं नौजवानों को, सबकी वैकेंसियां निकल चुकी हैं। ये काम हो रहा है। कभी किसी सरकार ने 25,000 वैकेंसियां ऐसे नहीं निकाली एक झटके में, मान साहब ने निकाल के दिखाई, आपकी सरकार ने निकाल के दिखाई। लोग कहते थे बड़े बड़े वादे कर रहे हो, बिजली फ्री दोगे, इतने लोगों को नौकरी दे दोगे, ये करोगे वो करोगे, कहां से आएगा पैसा। चुनाव से पहले भी हम कहते थे कि जितना रेता चन्नी साहब के भांजे खा जा रहे हैं उसमें कई गांवों में फ्री बिजली देने का पैसा आ जाएगा। और आज देख लो, रेत माफिया काबू में आ रहा है धीरे धीरे। पहले रेत माफिया से सरकार को, रेत माइनिंग से जितना पैसा मिलता था उससे ज्यादा पैसा आज सरकार को मिल रहा है। हमारे मंत्री हैं कुलदीप धालीवाल जी, मान साहब ने उनको आदेश दिया कि जनता की जमीन कब्जा रखी है नेताओं ने, उसको छुड़ाओ, माफिया ने कब्जा रखी है उसको छुड़ाओ और जनता के काम लाओ। आप अखबारों में पढ़ते हैं 6,000 एकड़ जमीन, 6,000 एकड़ जमीन पूरे पंजाब में कुलदीप धालीवाल जी ने छुड़वा ली है। ये होती है सरकार। अभी तक आपने जो सरकारें देखी वो थी कि सरकारी जमीन मंत्रियों के कब्जों में, नेताओं के कब्जों में। पहली बार सरकार आई है जो कहती है नेता और माफियाओं के कब्जे की जमीन सरकार के कब्जे में लाएंगे, उस पर स्कूल बनवाएंगे, अस्पताल बनवाएंगे, नई इंडस्ट्री लगवाएंगे, लोगों के लिए नए रोजगार लेकर आएंगे। ये काम आपकी सरकार कर रही है। ऐसे काम करने वाली सरकार आप लोगों ने चुनी है। मैं धालीवाल जी से पूछ रहा था, ये 6,000 एकड़ जो आपने खाली कराई है अभी तक, अभी तो लगे हुए हैं, हो सकता है इस समय भी आपको पता होगा सर, सीएम साहब को पता होगा, इस समय भी कहीं डंडा लेके जमीन खाली करा रहे होंगे। सरकारी जमीन खाली कराने का जुनून चढ़ गया है उनको, बहुत शानदार। मैं उनसे पूछ रहा था कि ये 6,000 एकड़ जमीन कितने की होगी, तो बोले मनीष भाई ऐसे तो 50 करोड़ एकड़ वाली जमीन भी है, उसमें
50 लाख एकड़ वाली जमीन भी है, लेकिन मोटे मोटे तौर पे लगा लो कम से कम 6000 करोड़ रुपए की जमीन तो अब तक खाली करा चुका हूं। यह जमीन माफियाओं ने और पुराने नेताओं ने कब्जा कर रखी थी। इससे पैसा आएगा। लोग कहते हैं पैसा कहां से आएगा? ईमानदारी से पैसा आएगा। जैसे दिल्ली में आया, अभी अमन भाई ने जिक्र किया, दिल्ली में जब हमारी सरकार बनी, दिल्ली में हमारे पास में कुल मिला के पैसा होता था 30,000 करोड़ रुपए। लोग कहते हैं इतना तो तनख्वाह में चला जाएगा, फिर फ्री बिजली कहां से दोगे, इतने स्कूल कहां से खोलोगे? लेकिन ईमानदारी से काम किया, व्यापारियों के साथ मिलकर काम किया। व्यापारियों ने 2 चीज कही थी, टैक्स कम कर दो और रेड मारना बंद करो, हम टैक्स देंगे। टैक्स के दाम घटाए, उस समय वैट होता था, टैक्स के दाम घटाए, रेड राज 0 कर दिया। दिल्ली का टैक्स आपको जान के आश्चर्य होगा, 30,000 करोड़ से 76,000 करोड़ रुपए हो गया 7 साल के अंदर अंदर। आज पंजाब की सरकार बनी है और 3 महीने के अंदर अंदर लक्षण दिखने लगे हैं। जिस तरह से सरकार काम कर रही है, 3 से 4 साल के अंदर अंदर पंजाब के ऊपर जो कर्जा चढ़ा के गए हैं ये कैप्टन और बादल, सारा का सारा कर्जा उतर जाएगा और आपके लिए पैसे की कमी नहीं रहेगी। इतना हमारा भरोसा बन गया है। केवल 3 महीने में भरोसा बनने लगा है। क्यों? क्योंकि पैसा आने लगा है सरकार के पास। अभी तक सरकारें लुटाती थी, अभी तक सरकारें लूटती थी बैठ के, अब सरकार पैसा कमा रही है। सरकार पैसा कमा रही है, मंत्री और नेता पैसा नहीं कमा रहे, इंडिविजुअल पैसा नहीं कमा रहे, सरकार में पैसा आ रहा है। तो इस सब से जो पैसा आएगा धीरे धीरे पंजाब के इंडस्ट्री के लिए, पंजाब के यूथ के लिए, पंजाब की महिलाओं के लिए और बहुत सारी चीजें होंगी। आज फौज की बात करते हैं, ये लोग फौज में नौकरी देने की बात कर रहे हैं और एक फौजी का, वैसे तो फौज की नौकरी भी खा गए 4 साल करके इसको, लेकिन फिर भी आज फौज में जो नौकरी कर रहा है आदमी, अमृतसर के आगे बॉर्डर पे बैठा हुआ देश की सेना में, या कोई पुलिस का सिपाही, अर्धसैनिक बल, उसको कुछ हो जाए अपना फर्ज निभाते हुए तो पूछते नहीं है लोग। लेकिन दिल्ली के बाद पंजाब केवल एकमात्र ऐसा राज्य है, अब 2 राज्य हैं दिल्ली में, देश में, दिल्ली और पंजाब, जहां किसी वर्दी पहने हुए सिपाही को अगर वो अपना वर्दी का फर्ज निभाते हुए शहीद हो जाए तो उसके परिवार को आर्थिक मदद के रूप में इमीडिएटली 1 करोड़ रुपए का चेक मुख्यमंत्री देके आते हैं अपने हाथ से। 1 करोड़ रुपए का, पूरे देश में कहीं नहीं होता। ये सब इसलिए हो पाया क्योंकि आपने वोट दिया और आपने एक ऐसी सरकार बनाई जो ऐसे फैसले ले सके, ऐसे काम कर सके। आज फिर आपके बीच में आया हूं, यही विनती करने आया हूं कि मान साहब की सरकार बहुत शानदार काम कर रही है। देश में नाम हो रहा है, आम आदमी पार्टी का ही नहीं, पूरे पंजाब का नाम हो रहा है कि पंजाब की सरकार इतना सख्त और इतना शानदार काम कर रही है। अच्छे स्कूल बनवाने शुरू कर दिए हैं, अच्छे अस्पताल, मोहल्ला क्लिनिक बनवाने शुरू कर दिए हैं, रोजगार व्यापार पे काम करना शुरू कर दिया है। इस सब की चर्चा हो रही है। इस काम को रुकने नहीं देना। 23 तारीख को झाड़ू पे बटन दबा के इस काम को और आगे बढ़ाने के लिए मजबूत करना, मान साहब के हाथ मजबूत करना, केजरीवाल साहब के हाथ मजबूत करना, इनकी राजनीति को, इनकी सरकार को मजबूत करना, ताकि ये सरकार और मजबूती से काम करके पंजाब के एक एक बच्चे के लिए जो गारंटी दी है और हमने और आपने मिलकर जो सपना देखा है उसको पूरा कर सके। आज सबसे बड़ी चीज आपके बीच में ये हो रही है कि आपने मान साहब को लोकसभा पहुंचाया था। पंजाब की आवाज एकमात्र आवाज थे, बाकी सब लोग डील करते थे अमित शाह के साथ बैठ के, ये अकेले जाके दहाड़ते थे संसद में खड़े होके। अपने बीच से फिर से ऐसे आदमी को भेजिए जो पंजाब के लिए लड़ सके। पंजाब की सरकार जब काम कर रही हो तो उस सरकार को आगे बढ़ाने के लिए लोकसभा में बैठ के लड़ सके। आप, मुझे उम्मीद है कि 23 तारीख को झाड़ू पे बटन दबा के 26 तारीख को एक बार फिर से आम आदमी पार्टी को ये सीट देंगे। बहुत बहुत धन्यवाद, बहुत बहुत नमस्कार। भारत माता की बोले सोनिहाल। बहुत बहुत धन्यवाद। बहुत बहुत धन्यवाद मनीष सर। साथियों, एक अंग्रेजी दी कहावत है कि एक्शन स्पीक लाउडर दैन वर्ड्स। बंदे दे काम ने जिहड़े ਉਹ ਬੰਦੇ ਦੇ ਸ਼ਬਦਾਂ ਨਾਲੋਂ ਕਿਤੇ ਬਹੁਤ ਵੱਡਾ ਔਰ ਬਹੁਤ ਵੱਡਾ ਕਹਿ ਜਾਂਦੇ ਨੇ। ਮੈਂ ਸਮਝਦਾ ਕਿ ਇਹ ਸ਼ਬਦ ਨੇ ਜਿਹੜੇ ਇਹ ਪੰਜਾਬ ਦੀ ਆਨ ਬਾਨ ਸ਼ਾਨ ਸਰਦਾਰ ਭਗਵੰਤ ਸਿੰਘ ਮਾਨ ਤੇ 100% ਢੁਕਦੇ ਨੇ, ਕਿਉਂਕਿ ਜਦੋਂ ਇਹਨਾਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਕਾਮੇਡੀ ਦੇ ਵਿੱਚ ਤੇ ਉਦੋਂ ਦੁਨੀਆ ਉਡੀਕ ਕਰਦੀ ਸੀ ਕਿ ਕਦੋਂ ਮਾਨ ਸਾਹਿਬ ਦੀ ਨਵੀਂ ਕੈਸੇਟ ਆਊਗੀ। ਜਦੋਂ क्यों मान साहब, उस तो बाद जिम्मा चक्या
ਕਿ ਲੋਕਾਂ ਦੇ ਪੰਜਾਬ ਦੇ ਦੁੱਖਾਂ ਦਰਦਾਂ ਦੀ ਗੱਲ ਪਾਰਲੀਮੈਂਟ ਦੇ ਵਿੱਚ ਚੱਕਣੀ ਹੈ, ਤੇ ਉਦੋਂ ਲੋਕ ਪੂਰਾ ਮੁਲਕ ਉਡੀਕ ਕਰਦਾ ਸੀ ਕਿ ਮਾਨ ਸਾਹਿਬ ਕਿਸ ਦਿਨ ਬੋਲਣਗੇ ਲੋਕ ਸਭਾ ਦੇ ਵਿੱਚ ਤੇ ਮੋਦੀ ਕਿਆਂ ਨੂੰ ਤੇ ਸਰਕਾਰ ਨੂੰ ਘੇਰਨਗੇ, ਉਸ ਦਿਨ ਉਡੀਕ ਕਰਦੇ ਸੀਗੇ। ਤੇ ਅੱਜ ਹੁਣ 3 ਮਹੀਨਿਆਂ ਦੀ ਸਰਕਾਰ ਦੇ ਵਿੱਚ ਲੋਕ ਨੇ ਜਿਹੜੇ ਪੰਜਾਬ ਹਿਤੈਸ਼ੀ ਇਮਾਨਦਾਰ ਲੋਕ ਨੇ ਜਿਹੜੇ, ਉਹ ਇਸ ਗੱਲ ਦੀ ਹਰ ਰੋਜ਼ ਉਡੀਕ ਕਰਦੇ ਨੇ ਕਿ ਅੱਜ ਮਾਨ ਸਾਹਿਬ ਕਿਹੜਾ ਪੰਜਾਬ ਪੱਖੀ ਫੈਸਲਾ ਲੈਣਗੇ ਤੇ ਕਿਹੜੇ ਭ੍ਰਿਸ਼ਟ ਮੰਤਰੀ ਨੂੰ ਅੰਦਰ ਸਿੱਟਣਗੇ। ਅੱਜ ਇਸ ਗੱਲ ਦੇ ਲਈ ਉਡੀਕ ਕਰਦੇ ਨੇ। ਸੋ ਤੁਹਾਡਾ ਔਰ ਭ੍ਰਿਸ਼ਟਾਚਾਰੀਆਂ ਦੇ ਮੂੰਹ ਤੇ ਤਰੇੜੀਆਂ ਆਈਆਂ ਪਈਆਂ ਨੇ। ਸੋ ਮੈਂ ਸਮਝਦਾ ਕਿ ਇਹ ਭਾਗਾਂ ਵਾਲੇ ਆਪਾਂ ਸਾਰੇ ਕਿ ਕੇਜਰੀਵਾਲ ਸਾਹਿਬ ਨੇ, ਆਮ ਆਦਮੀ ਪਾਰਟੀ ਨੇ ਇਹੋ ਜਿਹਾ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਕਿ ਜਿਹੜਾ ਕਹਿੰਦਾ ਕਿ ਮੈਂ ਕਮਿਸ਼ਨ ਲਈ ਕੰਮ ਨਹੀਂ ਕਰਦਾ, ਮੈਂ ਇੱਕ ਮਿਸ਼ਨ ਦੇ ਲਈ ਕੰਮ ਕਰਦਾ। ਤੇ ਅੱਜ ਸਾਡਾ ਵੱਡਾ ਵੀਰ ਪੰਜਾਬ ਦੀ ਆਨ ਬਾਨ ਸ਼ਾਨ ਦਿਨ ਰਾਤ ਲੱਗਿਆ ਹੋਇਆ ਆਪਣੇ ਮਿਸ਼ਨ ਦੇ ਉੱਪਰ ਕੰਮ ਕਰਨ ਦੇ ਲਈ। ਸੋ ਮੈਂ ਬੇਨਤੀ ਕਰੂੰਗਾ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਤੁਹਾਡੇ ਰੂਬਰੂ ਹੋਣ। ਸ਼ਹੀਦ ਊਧਮ ਸਿੰਘ ਜੀ ਦੀ ਧਰਤੀ ਸੁਨਾਮ, ਇਨਕਲਾਬੀ ਸੋਚ ਰੱਖਣ ਵਾਲਿਆਂ ਦੀ ਧਰਤੀ ਸੁਨਾਮ, 22 ਸਾਲ ਆਪਣੇ ਸੀਨੇ 'ਚ ਅੱਗ ਬਾਲ ਕੇ ਰੱਖਣ ਵਾਲਿਆਂ ਦੀ, ਜ਼ੁਲਮ ਦਾ ਬਦਲਾ ਲੈਣ ਵਾਲਿਆਂ ਦੀ ਧਰਤੀ ਸੁਨਾਮ, ਮੇਰੀ ਜਨਮ ਭੂਮੀ ਸੁਨਾਮ, ਤੇ ਹੁਣ ਮੇਰੀ ਕਰਮ ਭੂਮੀ ਵੀ ਤੁਸੀਂ ਬਣਾਤੀ। ਮੈਂ ਤੁਹਾਡਾ ਧੰਨਵਾਦ ਕਰਦਾ। ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ। ਮੇਰੇ ਵੱਲੋਂ ਨਮਸਕਾਰ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਦੇ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਜੀ ਬਹੁਤ ਛੋਟੀ ਉਮਰ 'ਚ ਤੀਜੀ ਵਾਰ ਲਗਾਤਾਰ ਤਿਲਕ ਨਗਰ ਤੋਂ MLA ਬਣ ਕੇ ਅੱਜ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਨੇ ਭਾਈ ਜਰਨੈਲ ਸਿੰਘ ਜੀ। ਭੋਆ ਬਿਲਕੁਲ ਪਹਿਲੇ ਨੰਬਰ ਦੀ ਸੀਟ ਆ, ਉਹ ਡਲਹੌਜੀ ਕੋਲੇ, ਪਠਾਨਕੋਟ ਕੋਲੇ। ਭੋਆ ਤੋਂ ਜਿਹੜੇ ਪਹਿਲਾਂ ਪਿੰਡ ਦੀ ਸਰਪੰਚੀ 15 ਸਾਲ ਤੋਂ ਕੀਤੀ, ਤੇ ਭੋਆ ਤੋਂ ਜਿੱਤ ਕੇ MLA ਤੇ ਹੁਣ ਸਾਡੇ ਫੂਡ ਐਂਡ ਸਪਲਾਈ ਮਿਨਿਸਟਰ ਲਾਲ ਚੰਦ ਕਟਾਰੂ ਚੱਕ ਜੀ। ਮੇਰੇ 92 ਮੈਂਬਰੀ ਜਿਹੜੀ ਟੀਮ ਤੁਸੀਂ ਬਣਾਈ ਹੈ, ਉਹਦੇ ਸਾਥੀ ਸਾਡੇ MLA ਸਾਹਿਬਾਨ ਕਾਕਾ ਬਰਾੜ ਜੀ ਮੁਕਤਸਰ ਤੋਂ, ਤੇ ਉਹ ਜਿਹੜੇ ਵਿੱਚ ਵਿਚਾਲੇ ਪੀਲੀ ਪੱਗ ਵਾਲੇ ਬੈਠੇ ਨੇ, ਇਹਨਾਂ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਦੇਖ ਲਿਓ। ਇਹਨਾਂ ਨੇ ਵੱਡੇ ਬਾਦਲ ਨੂੰ ਹਰਾਇਆ ਲੰਬੀ ਤੋਂ। ਭਾਈ ਖੁੱਡੀਆਂ ਜੀ, ਨੌਜਵਾਨ ਮੁੰਡਾ ਧਰਮਕੋਟ ਤੋਂ ਲਾਡੀ ਢੋਸ, ਸਾਡੇ ਗੁਰੂ ਹਰਸਾਏ ਤੋਂ MLA ਫੌਜਾ ਸਿੰਘ ਜੀ, ਸਾਡੇ ਸਮਾਣੇ ਤੋਂ MLA ਜਿਹੜੇ ਨੇ ਪਠਾਨ ਮਾਜਰਾ ਜੀ। ਇਹਨੂੰ ਵੀ ਧਿਆਨ ਨਾਲ ਥੋੜ੍ਹਾ ਜਿਹਾ ਖੜਾ ਹੋਈ ਗੋਲਡੀ, ਇਹਨੂੰ ਵੀ ਧਿਆਨ ਨਾਲ ਦੇਖ ਲਿਓ। ਇਸ ਮੁੰਡੇ ਨੇ ਬਾਦਲ ਦਾ ਮੁੰਡਾ ਹਰਾਇਆ ਜਲਾਲਾਬਾਦ ਤੋਂ, ਗੋਲਡੀ ਕੰਬੋਜ, ਸਾਡੇ ਨੀਲ ਗਰਗ ਜੀ। ਸੋ ਬਹੁਤ ਸਾਰੇ ਮੇਰੇ ਦੋਸਤ ਮਿੱਤਰ ਬੈਠੇ ਮੈਨੂੰ ਨਜ਼ਰ ਆ ਰਹੇ ਨੇ, ਬਹੁਤ ਸਾਰੇ ਮੇਰੇ ਸੀਨੀਅਰ ਜਾਂ ਮੇਰੇ ਜੂਨੀਅਰ ਜਾਂ ਮੇਰੇ ਕਲਾਸ ਫੈਲੋ ਇੱਥੇ ਬੈਠੇ ਨੇ। ਸੁਨਾਮ ਮੇਰੇ ਲਈ ਕੋਈ ਬਗਾਨਾ ਨਹੀਂ। ਮੈਂ ਤਾਂ ਕੱਲ੍ਹ ਵੀ ਆ ਕੇ ਗਿਆ ਮੰਡੀ 'ਚ, ਮੈਂ ਤਾਂ ਆਉਂਦਾ ਹੀ ਰਹਿਣਾ ਤੁਹਾਡੇ ਕੋਲੇ। ਪਰ ਜਦੋਂ ਮੈਂ ਇੱਥੋਂ ਦੀ ਲੰਘਦਾ ਤਾਂ ਮੈਨੂੰ ਆਪਣਾ ਬਚਪਨ ਯਾਦ ਆਉਂਦਾ ਹੈ, ਜਦੋਂ ਇੱਥੇ ਝੋਨੇ ਦੀ ਤੇ ਕਣਕ ਦੀ ਟਰਾਲੀ ਲੈ ਕੇ ਆਉਂਦੇ ਸੀ ਮੰਡੀ 'ਚ, ਜਦੋਂ ਇੱਥੇ ਸੌਦਾ ਪੱਤਾ ਲੈਣ ਆਉਂਦੇ ਸੀ, ਜਦੋਂ ਇੱਥੇ ਜ਼ਰੂਰੀ ਵਸਤੂਆਂ ਖਰੀਦਣ ਵਾਸਤੇ ਆਉਂਦੇ ਸੀ, ਹੋਰ ਤਾਂ ਹੋਰ ਜਦੋਂ ਬੱਸ ਸਟੈਂਡ ਤੋਂ ਕਾਲਜ ਵੱਲ ਨੂੰ ਤੁਰ ਕੇ ਜਾਂਦਾ ਸੀ, ਤਾਂ ਸਭ ਤੋਂ ਪਹਿਲੇ ਕਲਾਕਾਰ ਹੋਊਂਗਾ ਮੈਂ ਜਿਹਨੇ ਆਪਦੀ ਕੈਸਟ 20 ਰੁਪਈਆਂ 'ਚ ਖਰੀਦੀ ਜਿੱਦੇ ਆਈ, ਕਿਉਂਕਿ ਮੇਰੇ ਕੰਨਾਂ 'ਚ ਮੇਰੀ ਆਵਾਜ਼ ਪਈ। ਮੈਂ ਕਹਿੰਦਾ ਮਤਲਬ ਕੈਸਟ ਆ ਗਈ ਮੇਰੀ, ਤੇ ਮੈਂ ਉਹਨੂੰ ਕਿਹਾ ਬਾਈ 20 ਰੁਪਈਆਂ ਦੀ ਹੈ। ਕਹਿੰਦਾ 20 ਰੁਪਈਆਂ ਦੀ। ਮੈਂ 20 ਰੁਪਈਆਂ ਦੀ ਲੈ ਲਈ। ਮੈਂ ਉਹਨੂੰ ਕਿਹਾ ਮੇਰੀ ਹੈ। ਉਹ ਕਹਿੰਦਾ ਅੱਗੇ ਚੱਲ ਤੇਰੀ ਹੈ। ਬਾਅਦ 'ਚ ਦੱਸਿਆ ਤੇ ਯਕੀਨ ਕਰ ਲਾ ਯਾਰ ਮੇਰੀ ਕੈਸਟ ਹੈ। ਸੋ
ਇਨਕਲਾਬੀ ਸੋਚ ਵਾਲਿਆਂ ਦੀ ਧਰਤੀ ਹੈ। ਮੈਨੂੰ ਇਸ ਗੱਲ ਦੀ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਮੈਂ ਸੁਨਾਮ ਕਦੇ ਮੁੱਖ ਮੰਤਰੀ ਬਣ ਕੇ ਨਹੀਂ ਆਉਂਦਾ। ਮੈਂ ਤੁਹਾਡਾ ਛੋਟਾ ਵੱਡਾ ਭਰਾ, ਮੈਂ ਤੁਹਾਡਾ ਪੁੱਤ ਭਤੀਜਾ ਬਣ ਕੇ ਆਉਣਾ, ਇੱਦਾਂ ਹੀ ਆਉਂਦਾ ਰਹੂੰਗਾ। ਜਿਹੜੇ ਥੋੜ੍ਹੀ ਜਿਹੀ ਸ਼ੋਹਰਤ ਮਿਲੇ ਤਾਂ ਮੋਢੇ ਉੱਤੋਂ ਦੀ ਥੁੱਕਣ ਲੱਗ ਜਾਂਦੇ ਆ, ਹੰਕਾਰ ਆ ਜਾਂਦਾ ਹੈ। ਮੈਂ ਉਹਨਾਂ 'ਚੋਂ ਨਹੀਂ ਹੈਗਾ, ਕਿਉਂਕਿ ਸ਼ੋਹਰਤ ਦੀਆਂ ਬੁਲੰਦੀਆਂ ਤਾਂ ਤੁਸੀਂ ਮੈਨੂੰ 17.5 ਸਾਲ ਦੇ ਨੂੰ, ਜਦੋਂ ਸ਼ਹੀਦ ਊਧਮ ਸਿੰਘ ਗੌਰਮੈਂਟ ਕਾਲਜ 'ਚ ਪੜ੍ਹਦਾ ਸੀ, ਉਦੋਂ ਹੀ ਤੁਸੀਂ ਮੈਨੂੰ ਸ਼ੋਹਰਤ ਦੀਆਂ ਬੁਲੰਦੀਆਂ ਦੇਤੀਆਂ ਸੀ। ਤੋ ਸ਼ੋਹਰਤਾਂ ਸਾਰੀਆਂ ਦੇਖ ਕੇ ਆਇਆ, ਪਰ ਜ਼ਿੰਦਗੀ 'ਚ ਇੱਕ ਮਿਸ਼ਨ ਬਣਾਇਆ ਹੋਇਆ ਕਿ ਲੋਕਾਂ ਦੇ ਕੰਮ ਆਈਏ, ਲੋਕਾਂ ਦੀ ਜ਼ਿੰਦਗੀ 'ਚ ਕੋਈ ਸੁਧਾਰ ਕਰ ਦਈਏ। ਤਾਂ ਜਾਣਾ ਹਰੇਕ ਨੇ ਇੱਥੋਂ, ਜੇ ਕੋਈ ਚੰਗੇ ਕੰਮ ਕਰ ਜਾਾਂਗੇ 4 ਦਿਨ ਗੱਲਾਂ ਹੋ ਜਾਣਗੀਆਂ, ਨਹੀਂ ਤਾਂ ਇੱਥੇ ਵੱਡੇ ਵੱਡੇ ਪਾਪ ਕਰਨ ਵਾਲੇ ਵੀ ਤੁਰ ਜਾਂਦੇ ਨੇ, ਕੋਈ ਯਾਦ ਨਹੀਂ ਕਰਦਾ। ਸੋ ਇਸ ਕਰਕੇ ਮੈਂ ਆਪਣੇ ਨਾਨਕੇ ਪਿੰਡ ਸੁਨਾਮ ਨੂੰ ਪਿਆਰ ਤਾਂ ਕਰਦਾ ਕਿ ਮੈਂ ਇੱਥੇ ਪੜ੍ਹਿਆ ਔਰ ਇੱਥੋਂ ਹੀ ਉੱਠਿਆ। ਕਹਿੰਦੇ ਬੰਦਾ ਜਿੱਡਾ ਮਰਜ਼ੀ ਬਣ ਜੇ, ਜਿੱਡੇ ਮਰਜ਼ੀ ਅਹੁਦੇ ਤੇ ਪਹੁੰਚ ਜੇ, ਆਪਣੀਆਂ ਜੜ੍ਹਾਂ ਨਹੀਂ ਛੱਡਣੀਆਂ ਚਾਹੀਦੀਆਂ। ਜੜ੍ਹਾਂ ਤੁਸੀਂ ਦੇਖ ਲਿਓ, ਥੋੜੀ ਜਿਹੀ ਹਨੇਰੀ ਆ ਜੇ, ਸਭ ਤੋਂ ਪਹਿਲਾਂ ਗਮਲਿਆਂ ਵਾਲੇ ਫੁੱਲ ਡਿੱਗਦੇ ਆ, ਕਿਉਂਕਿ ਉਹਨਾਂ ਦੀਆਂ ਜੜ੍ਹਾਂ ਨਹੀਂ ਹੁੰਦੀਆਂ। ਆ ਖੜੇ ਨੇ ਪਿੱਪਲ, ਬੋੜ, ਕਿੱਡੇ ਕਿੱਡੇ ਤੂਫਾਨ ਚੱਲ ਗਏ, ਕਿਉਂਕਿ ਜੜ੍ਹਾਂ ਨੇ। ਜੜ੍ਹਾਂ ਨੇ। ਨੀਂਹ, ਜਿਹੜੀ ਨੀਂਹ ਹੁੰਦੀ ਹੈ ਨਾ, ਅਸਲੀ ਇੱਟ ਆਪਾਂ ਉੱਥੇ ਲਾਉਂਦੇ ਆ। ਭੱਠੇ ਵਾਲੇ ਨੂੰ ਜਾ ਕੇ ਕਹਿੰਦੇ ਆ, ਯਾਰ ਦੋਮ ਸੋਮ ਨਾ ਦੇ ਦੀ, 4 ਰੁਪਏ ਵੱਧ ਲੈ ਲਈ, ਪਰ ਨੀਂਹ ਵਾਲੀ ਇੱਟ ਦੇ, ਕਿਉਂਕਿ ਜਦੋਂ ਨੀਂਹ ਪੱਕੀ ਹੋ ਗਈ ਉਦੋਂ ਬਾਅਦ ਬਿਲਡਿੰਗ ਤੇ ਤਾਂ ਜਿਹੜਾ ਮਰਜ਼ੀ ਰੰਗ ਕਰ ਲਓ, ਬਿਲਡਿੰਗ ਉੱਪਰੋਂ ਜੋ ਮਰਜ਼ੀ ਹੁੰਦਾ। ਸੋ ਤੁਸੀਂ ਮੇਰੀ ਨੀਂਹ ਹੋ, ਤੁਸੀਂ ਮੇਰੀ ਕਲਾਕਾਰੀ, ਤੁਸੀਂ ਮੇਰੀ ਰਾਜਨੀਤਿਕ ਜੀਵਨ ਦੀ ਨੀਂਹ ਰੱਖੀ ਹੈ। ਸੋ ਇਸ ਕਰਕੇ ਤੁਹਾਡੇ ਕੋਲੇ ਆਇਆ। ਹਜੇ 3 ਕੁ ਮਹੀਨੇ ਹੋਏ ਨੇ। ਦੇਖੋ, ਪਹਿਲਾਂ ਜਵਾਕ ਅੱਧੀ ਕੈਂਚੀ ਸਿੱਖਦਾ ਹੈ, ਫਿਰ ਪੂਰੀ ਕੈਂਚੀ, ਫਿਰ ਡੰਡੇ ਤੇ ਆ ਜਾਂਦਾ ਹੈ, ਉਹ ਤੋਂ ਬਾਅਦ ਫਿਰ ਕਾਠੀ ਤੇ ਆਉਂਦਾ ਉਹ। ਸੋ 3 ਮਹੀਨਿਆਂ ਦੇ ਬੱਚੇ ਦੇ ਤਾਂ ਦੰਦ ਵੀ ਨਹੀਂ ਹੁੰਦੇ, ਮੈਂ ਫਿਰ ਵੀ ਭ੍ਰਿਸ਼ਟਾਚਾਰੀਆਂ ਦੇ ਦੰਦੀਆਂ ਵੱਢਣ ਲੱਗ ਗਿਆ, ਕਿਉਂਕਿ 70 ਸਾਲ ਲੇਟ ਹੋ ਚੁੱਕੇ ਆ। ਜਿਨ੍ਹਾਂ ਨੇ ਤੁਹਾਡਾ ਪੈਸਾ ਖਾਧਾ ਹੈ, ਜਿਨ੍ਹਾਂ ਨੇ ਤੁਹਾਡੇ ਖੂਨ ਪਸੀਨੇ ਦੀ ਕਮਾਈ ਖਾਧੀ ਹੈ, ਜਿਨ੍ਹਾਂ ਨੇ ਤੁਹਾਡਾ ਟੈਕਸ ਦਾ ਪੈਸਾ ਆਪਣੇ ਹੋਟਲ ਬਣਾਉਣ ਤੇ, ਆਪਣੇ ਕਿਲੇ ਬਣਾਉਣ ਤੇ, ਆਪਣੇ ਮਹਿਲ ਬਣਾਉਣ ਤੇ ਲਾਇਆ, ਉਹ ਜਿਹੜਾ ਜਿੰਨਾ ਚਿਰ ਉਹਦਾ ਇੱਕ ਇੱਕ ਪੈਸੇ ਦਾ ਹਿਸਾਬ ਨਹੀਂ ਹੁੰਦਾ, ਮੈਂ ਚੈਨ ਨਾਲ ਨਹੀਂ ਬੈਠਣਾ। ਅਬਦੁਲ ਕਲਾਮ ਜੀ, ਉਹਨਾਂ ਨੇ ਕਿਹਾ, ਧਿਆਨ ਨਾਲ ਸੁਣਿਓ ਗੱਲ, ਅਬਦੁਲ ਕਲਾਮ ਜੀ ਨੇ ਕਿਹਾ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚ ਆਉਂਦੇ ਨੇ। ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚ ਆਉਂਦੇ ਨੇ, ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ। ਪੰਜਾਬ ਦੇ ਵਪਾਰੀਆਂ ਨੂੰ ਨੰਬਰ 1 ਇੰਡਸਟਰੀਅਲ ਹੱਬ ਪੰਜਾਬ ਨੂੰ ਬਣਾਉਣ ਦਾ ਸੁਪਨਾ ਮੈਨੂੰ ਸੌਣ ਨਹੀਂ ਦਿੰਦਾ। ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਸੁਪਨਾ ਮੈਨੂੰ ਸੌਣ ਨਹੀਂ ਦਿੰਦਾ। ਪੰਜਾਬ ਦੇ ਕਿਸਾਨਾਂ ਦੀ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਦਾ ਸੁਪਨਾ ਮੈਨੂੰ ਸੌਣ ਨਹੀਂ ਦਿੰਦਾ। ਪੰਜਾਬ ਦੇ ਗਰੀਬ ਗੁਰਬਿਆਂ ਦੇ ਚੁੱਲ੍ਹਿਆਂ ਦੀ ਅੱਗ ਨੂੰ ਬਚਾਉਣ ਦਾ ਸੁਪਨਾ ਮੈਨੂੰ ਸੌਣ ਨਹੀਂ ਦਿੰਦਾ। ਤੁਸੀਂ ਮੇਰੇ ਤੇ ਐਡੀ ਵੱਡੀ ਜ਼ਿੰਮੇਵਾਰੀ ਪਾਈ ਹੈ, ਹੁਣ ਮੈਂ ਸੌ ਨਹੀਂ ਸਕਦਾ। ਤੁਸੀਂ ਜ਼ਿੰਮੇਵਾਰੀ ਦੇਤੀ, ਤੁਸੀਂ ਆਪਣਾ ਫਰਜ਼ ਨਿਭਾਤਾ, ਹੁਣ ਫਰਜ਼ ਨਿਭਾਉਣ ਦੀ ਵਾਰੀ ਸਾਡੀ ਆ। ਸੋ ਵੀਰੋ, ਅਰਵਿੰਦ ਕੇਜਰੀਵਾਲ ਜੀ ਨੇ ਖੰਭਿਆਂ ਤੇ ਚੜ੍ਹ ਕੇ ਪਲਾਸ ਨਾਲ ਲੋਕਾਂ ਦੇ ਕਨੈਕਸ਼ਨ ਜੋੜ ਕੇ ਪਾਰਟੀ ਬਣਾਈ ਹੈ। ਸ਼ੂਗਰ ਦੇ ਮਰੀਜ਼ ਨੇ 20-20 ਦਿਨ ਭੁੱਖ ਹੜਤਾਲ ਰੱਖੀ। ਡਾਕਟਰ ਕਹਿੰਦੇ ਜ਼ਿੰਦਗੀ ਨੂੰ ਖਤਰਾ ਹੈ, ਕਹਿੰਦੇ ਕੋਈ ਗੱਲ ਨਹੀਂ, ਲੋਕਾਂ ਦੀ ਜਾਨ ਬਚਾਉਣੀ ਹੈ। ਮਨੀਸ਼ ਸਿਸੋਦੀਆ ਜੀ ਉਹਨਾਂ ਦੇ ਨਾਲ ਸੀ। ਇੱਕ ਅੰਦੋਲਨ ਚੋਂ ਪਾਰਟੀ ਨਿਕਲੀ, ਰਾਮਲੀਲਾ ਗਰਾਊਂਡ ਚੋਂ, ਅੰਨਾ ਹਜ਼ਾਰੇ ਮੂਵਮੈਂਟ ਚੋਂ।
ਤਾਂ ਉਹਨਾਂ ਨੇ ਕੀ ਕੀਤਾ, ਆਮ ਘਰਾਂ ਦੇ ਧੀਆਂ ਪੁੱਤ ਲੱਭਣੇ ਸ਼ੁਰੂ ਕਰਤੇ ਵੀ ਆ ਜਾਓ ਹੁਣ ਤੁਹਾਡੀ ਵਾਰੀ ਆਊਗੀ। ਉਹਦੇ 'ਚੋਂ ਮੈਂ ਵੀ ਸੀ। 2014 'ਚ ਮੈਨੂੰ ਟਿਕਟ ਮਿਲ ਗਈ ਸੰਗਰੂਰ ਤੋਂ, ਤੇ ਤੁਸੀਂ ਐਸਾ ਝੰਡਾ ਗੱਡਿਆ ਕਿ 2.25 ਲੱਖ ਸਭ ਤੋਂ ਵੱਡੇ ਮਾਰਜਨ ਤੇ ਤੁਸੀਂ ਮੈਨੂੰ ਜਿਤਾਤਾ। ਪਹਿਲਾਂ ਵੀ ਜਿੱਤਦੇ ਰਹੇ ਨੇ ਬਹੁਤ, ਪਰ ਕੱਲਾ ਜਿੱਤਣਾ ਨਹੀਂ, ਉੱਥੇ ਜਾ ਕੇ ਬੋਲਣਾ ਵੀ ਹੁੰਦਾ ਹੈ, ਉੱਥੇ ਜਾ ਕੇ ਲੋਕਾਂ ਦੇ ਹੱਕ ਦੀ ਆਵਾਜ਼ ਉਠਾਉਣੀ ਹੁੰਦੀ ਹੈ। ਇਦੋਂ ਪਹਿਲਾਂ ਜਿਹੜੇ ਆਪਾਂ ਘੁੱਗੂ ਵੱਟੇ ਭੇਜਦੇ ਰਹੇ ਹਾਂ, ਸੌਂ ਕੇ ਹੀ ਮੁੜੇ ਆਉਂਦੇ ਸੀ, ਸੌਂ ਕੇ ਹੀ, ਪਤਾ ਹੀ ਨਹੀਂ ਵੀ ਕਿਵੇਂ ਬੋਲੀਦਾ। ਕਿਉਂਕਿ ਪਾਰਲੀਮੈਂਟ 'ਚ ਬੋਲਣਾ ਕਿਤੇ ਸੌਖਾ, ਐਡੇ ਐਡੇ ਸਿਰਾਂ ਵਾਲੇ ਬੈਠੇ ਆ ਉੱਥੇ, ਔਰ 20-25 ਸਾਲ ਤੋਂ ਉੱਥੇ ਹੀ ਬੈਠੇ ਆ। ਜਦੋਂ ਕੋਈ ਗੱਲ ਕਰੋ ਇਹੋ ਜਿਹੀ ਗੱਲ ਕਹਿੰਦੇ ਨੇ, ਸਾਰਾ ਮੁੱਦਾ ਹੀ ਭਟਕ ਜਾਂਦਾ। ਪਰ ਮੈਨੂੰ ਬੋਲਣਾ ਆਉਂਦਾ ਸੀ, ਕਿਉਂਕਿ ਮੈਂ ਲੱਖਾਂ ਦੀ ਗਿਣਤੀ 'ਚ ਵੱਡੇ ਵੱਡੇ ਸ਼ੋਅ ਕਰਕੇ ਮੇਰਾ ਝਾਕਾ ਖੁੱਲਿਆ ਹੋਇਆ ਸੀ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਕਿਹੜਾ ਗੈਸ ਵੈਲਡਿੰਗ ਕਰਦਾ, ਆ ਜਾਓ ਮੈਂ ਵੀ ਬੋਲਣ ਦਾ ਹੀ ਕੰਮ ਕਰਦਾ। ਉਹ ਤੋਂ ਬਾਅਦ ਫਿਰ ਠੀਕ ਹੋ ਗਏ, ਫਿਰ ਉਹ ਠੀਕ ਹੋ ਗਏ ਵੀ ਇਹਦੇ ਨਾਲ ਪੰਗਾ ਨਾ ਲਈਏ, ਠੀਕ ਹੈ ਨਾ। ਸੋ ਵੀਰੋ, ਇਹ ਕੋਈ ਬੋਲਣ ਦਾ ਮੈਨੂੰ ਪਤਾ ਨਹੀਂ ਮਿਲਦਾ ਉੱਥੇ, ਪਰ ਮੇਰਾ ਫਰਜ਼ ਬਣਦਾ ਕਿ ਮੈਂ ਆਵਾਜ਼ ਉਠਾਵਾਂ। ਇੱਥੋਂ ਤੱਕ ਕਿ ਪੰਜਾਬ ਦੇ ਬਾਕੀ ਜਿਹੜੇ ਜ਼ਿਲ੍ਹੇ ਨੇ ਲੋਕ ਸਭਾ ਦੇ, ਉਹ ਲੋਕ ਵੀ ਇੱਥੇ ਆ ਕੇ ਕਹਿੰਦੇ ਸੀ ਸਾਡੇ ਵਾਲੇ ਤੋਂ ਕੰਮ ਹੋਣਾ ਨਹੀਂ ਜੀ, ਤੁਸੀਂ ਬੋਲ ਦਿਓ ਕੰਮ ਬਣ ਜਾਊਗਾ। ਮੈਂ ਕਿਹਾ ਕੋਈ ਗੱਲ ਨਹੀਂ। ਸੋ ਵੀਰੋ, ਅਸੀਂ ਤਾਂ ਪ੍ਰਮਾਤਮਾ ਨੂੰ ਮੰਨਣ ਵਾਲੇ ਲੋਕ ਹਾਂ, ਆਮ ਲੋਕ ਹਾਂ। ਗੱਡੀ ਮੂਹਰੇ ਘੁੱਗੀ ਆ ਜੇ, ਅਸੀਂ ਤਾਂ ਉੱਥੇ ਵੀ ਖੜ ਕੇ ਅਫਸੋਸ ਕਰਨ ਵਾਲੇ ਬੰਦੇ ਹਾਂ, ਕਿਸੇ ਦਾ ਹੱਕ ਨਹੀਂ ਮਾਰਦੇ। ਸੋ ਅਸੀਂ ਤਾਂ ਤੁਹਾਡੇ ਵਰਗੇ ਹਾਂ, ਤੁਸੀਂ ਸਾਡੇ ਵਰਗੇ ਹੋ। ਆਪਣੇ ਵਰਗਿਆਂ ਦੀ ਸਰਕਾਰ ਆ ਗਈ, ਇਦੋਂ ਪਹਿਲਾਂ ਵਾਲੇ ਕਦੇ ਦਿਖੇ ਹੀ ਨਹੀਂ। ਆ ਜਿਹੜੀਆਂ ਗੱਡੀਆਂ ਮੇਰੇ ਨਾਲ ਫਿਰਦੀਆਂ ਨੇ ਕਾਫਲੇ 'ਚ, ਇਹ ਮੈਨੂੰ ਸਿਕਿਉਰਿਟੀ ਵਾਲੇ ਕਹਿੰਦੇ ਜੀ ਇਦੋਂ ਪਹਿਲਾਂ ਸਾਨੂੰ 3-3 ਦਿਨਾਂ ਬਾਅਦ ਉਹੀ ਖੜੀਆਂ ਗੱਡੀਆਂ ਸਟਾਰਟ ਕਰਨੀਆਂ ਪੈਂਦੀਆਂ ਸੀ ਵੀ ਬੈਟਰੀ ਨਾ ਸੌਂ ਜੇ। ਕਹਿੰਦੇ ਹੁਣ ਜਿੰਨਾ ਤੁਸੀਂ ਘੁੰਮ ਲਏ, ਕਹਿੰਦੇ ਇਹਨਾਂ ਤਾਂ 10 ਸਾਲ 'ਚ ਨਹੀਂ ਘੁੰਮੇ, ਉਹ ਮਾਈਲੇਜ ਚੈੱਕ ਕਰ ਲਿਓ ਗੱਡੀਆਂ ਦੀ। ਜਿਸ ਦਿਨ ਕਿਤੇ ਮੈਨੂੰ ਮਨੀਸ਼ ਜੀ ਅੱਧਾ ਕੁ ਦਿਨ ਕਿਤੇ ਮੈਂ ਘਰੇ ਰਹਿ ਲਾਂ, ਮੈਨੂੰ ਐਂ ਲੱਗਣ ਲੱਗ ਜਾਂਦਾ ਯਾਰ ਮੈਂ ਧਰਤੀ ਤੇ ਬੋਝ ਆ ਯਾਰ, ਚੱਲੀਏ ਕਿਤੇ ਯਾਰ, ਲੋਕਾਂ ਦੇ ਹੱਕ 'ਚ ਕੋਈ ਆਵਾਜ਼ ਉਠਾਈਏ, ਕੋਈ ਫੈਸਲਾ ਕਰੀਏ। ਜਿਵੇਂ ਆਪਾਂ ਰੋਟੀ ਖਾਣ ਵੇਲੇ ਬੁਰਕੀ ਮੱਥੇ ਨੂੰ ਲਾਉਂਦੇ ਹਾਂ, ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਪ੍ਰਮਾਤਮਾ ਰਿਜ਼ਕ ਦੇਈ ਰੱਖੀ, ਰਿਜ਼ਕ ਨਾ ਘਟਾਈ। ਮੈਂ ਬਿਲਕੁਲ ਉਵੇਂ ਜਿਵੇਂ ਜਦੋਂ ਮੈਂ ਪੰਜਾਬ ਦੇ ਹੱਕਾਂ 'ਚ ਕੋਈ ਫੈਸਲਾ ਕਰਦਾ, ਮੈਂ ਉਸ ਪੈਨ ਨੂੰ ਮੱਥੇ ਨਾ ਲਾਉਣਾ ਕਿ ਪ੍ਰਮਾਤਮਾ ਲੋਕਾਂ ਦੇ ਹੱਕ 'ਚ ਹੀ ਚਲਵਾਈ, ਸਮੱਤ ਬਖਸ਼ੀ, ਕਿਤੇ ਕੋਈ ਲੋਕਾਂ ਦੇ ਵਿਰੁੱਧ ਨਾ ਕੋਈ ਪੈਨ ਚੱਲੇ। ਇਹ ਇਸੇ ਗੱਲੋਂ ਘਬਰਾਏ ਹੋਏ ਨੇ ਹੁਣ ਵੀ ਆਮ ਘਰਾਂ ਦੇ ਧੀਆਂ ਪੁੱਤ ਕਿਵੇਂ ਆ ਗਏ, ਮਹਿੰਦਰ ਮਾਸਟਰ ਦਾ ਮੁੰਡਾ ਕਿਵੇਂ ਆ ਗਿਆ ਸਤੌਜ ਵਾਲਾ। ਇੱਥੇ ਤਾਂ ਸਾਡੇ ਮੁੰਡੇ ਬਹਿੰਦੇ ਹੁੰਦੇ ਨੇ, ਇਹ ਤਾਂ ਸਾਡੇ ਪੁੱਤ ਭਤੀਜੇ ਸਾਲੇ ਜੀਜੇ ਬਹਿੰਦੇ ਹੁੰਦੇ ਨੇ। ਆਹੀ ਦੁੱਖ ਹੈ ਹੁਣ ਇਹਨਾਂ ਨੂੰ, ਊਂ ਤੁਰੇ ਫਿਰਦੇ ਨੇ, ਇੱਧਰ ਨੂੰ ਚਲੇ ਕਦੇ ਇੱਧਰ ਨੂੰ ਚਲੇ। ਇੱਕ ਤਾਂ ਸਾਡੇ ਘਰੇ ਆ ਗਏ, ਨਾ ਕੋਈ ਟਾਈਮ ਲਿਆ, ਅਸੀਂ ਕਿਹਾ ਚੱਲ ਆ ਗਏ ਕੋਈ ਨਹੀਂ ਚਾਹ ਪਿਆ ਦਿਓ। ਬਚੀ ਖੁਚੀ ਕਾਂਗਰਸ ਜਿੰਨੀ ਕੁ ਹੈਗੀ ਆ ਉਹਨਾਂ ਨੂੰ, ਤੇ ਚਾਹ ਪਿਆਤੀ। ਚਾਹ ਪਿਆ ਕੇ ਸਾਡੇ ਘਰ ਧਰਨਾ ਦੇ ਕੇ ਬਹਿ ਗਏ ਤੇ ਨਾਰੇ ਕੀ ਲਾ ਰਹੇ ਸੀ, ਧਰਮ ਸੋਤ ਤੇਰੀ ਸੋਚ ਤੇ ਪੈਰਾ ਦਿਆਂਗੇ ਠੋਕ ਕੇ। ਆਹ ਕਿੱਡੇ ਇਨਕਲਾਬੀ ਪੈਦਾ ਕੀਤੇ ਆ, ਸਾਰੇ ਪੰਜਾਬ ਦੇ ਦਰਖਤ ਖਾ ਗਏ ਉਹ, ਉਹਨਾਂ ਦੀ ਸੋਚ ਤੇ ਪੈਰਾ ਦਿੰਦੇ ਨੇ ਇਹ। ਤੇ ਨਾਲ ਨਾਰੇ ਲੱਗ ਰਹੇ ਸੀ ਸਾਡੇ ਹੱਕ ਇੱਥੇ ਰੱਖ। ਅੱਛਾ, ਮੈਂ ਕਿਹਾ ਰਿਸ਼ਵਤ ਕਰਨਾ ਕਾਂਗਰਸ ਦਾ ਹੱਕ ਹੈ, ਹੱਕ ਹੀ ਬਣਾ ਰੱਖਿਆ ਵੀ ਇਹ ਤਾਂ ਸਾਡਾ ਹੁੰਦਾ ਹੈ। ਹੁਣ ਨਹੀਂ ਇਹ ਚੱਲਣਾ ਬਈ। ਅਸਲ 'ਚ ਇਹਨਾਂ ਨੇ ਸੋਚਿਆ ਹੀ ਨਹੀਂ ਸੀਗਾ ਵੀ ਐਂ ਹੋ ਜੂ। ਉਹਨੂੰ ਐਂ ਸੀ ਦੂਜੇ ਆਉਣਗੇ, ਉਹ ਵੀ ਆਪਣੇ ਹੀ ਨੇ, ਆਪਣਾ ਰਲ ਮਿਲ ਕੇ ਚੱਲੀ ਜਾਊ ਕੰਮ, ਨੂਰਾ ਕੁਸ਼ਤੀ। ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਆਮ ਲੋਕ ਆਉਣਗੇ। ਔਰ ਹੈਰਾਨੀ ਦੀ ਗੱਲ ਹੈ, ਦੁਨੀਆ ਹਜੇ ਤੱਕ ਯਕੀਨ ਨਹੀਂ ਕਰ ਪਾ ਰਹੇ। ਪ੍ਰਕਾਸ਼ ਸਿੰਘ ਬਾਦਲ ਹਾਰ ਗਿਆ, ਸੁਖਬੀਰ ਬਾਦਲ ਹਾਰ ਗਿਆ, ਮਜੀਠੀਆ ਹਾਰ ਗਿਆ, ਕੈਪਟਨ ਹਾਰ ਗਿਆ, ਸਿੱਧੂ ਹਾਰ ਗਿਆ, ਆਦੇਸ਼ ਪ੍ਰਤਾਪ ਕੈਰੋਂ ਹਾਰ ਗਿਆ, ਬਿਰਸਾ ਸਿੰਘ ਬਲਟੋਆ ਹਾਰ ਗਿਆ, ਮਨਪ੍ਰੀਤ ਬਾਦਲ ਹਾਰ ਗਿਆ, ਚੰਨੀ ਇਕੱਲੇ ਹੀ 2 ਜਗ੍ਹਾ ਤੋਂ ਹਾਰ ਗਿਆ। ਮਤਲਬ ਕਮਾਲ ਹੈ। ਆਹ ਤਾਂ ਬਈ ਤੁਹਾਨੂੰ ਸਲੂਟ ਹੈ ਬਈ ਲੋਕਾਂ ਨੂੰ।
ਇਹਦਾ ਤੁਸੀਂ ਜੋ ਪੜਾਸ ਤੁਸੀਂ ਕੱਢੀ ਹੈ ਨਾ ਐਤਕੀ, ਇਹ ਯਾਦ ਰੱਖਣਗੇ ਹੁਣ ਕਿ ਐਂ ਹੋ। ਮੈਂ ਕਹਿੰਦਾ ਰਿਹਾ ਮੇਰੇ 32 ਦੰਦ ਨੇ, ਮੇਰੀਆਂ ਗੱਲਾਂ ਕਈਆਂ ਪੂਰੀਆਂ। ਮੈਂ ਕਹਿੰਦਾ ਰਿਹਾ ਕਿ ਮੈਂ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਿਹਤ ਦੀ, ਚੰਗੀ ਸਿਹਤ ਦੀ ਕਾਮਨਾ ਤੇ ਅਰਦਾਸ ਕਰਦਾ। ਮੈਂ ਕਿਹਾ ਕਿਉਂਕਿ ਜਾਂਦੇ ਜਾਂਦੇ ਪੁੱਤਰ ਮੋਹ ਦੇ ਵਿੱਚ ਆਪਦੇ ਹੱਥੀਂ ਬਣਾਏ ਹੋਏ ਅਕਾਲੀ ਦਲ ਦਾ ਹਾਲ ਦੇਖ ਕੇ ਜਾਇਓ। ਆਓ ਦੇਖ ਲਓ, ਸਾਨੂੰ ਕਹਿੰਦੇ ਆ 17 ਸਾਲ ਦੇ ਆ ਜਾਓ, ਫੌਜ 'ਚ ਤੁਹਾਨੂੰ ਟ੍ਰੇਨਿੰਗ ਦੇਵਾਂਗੇ, 21 ਸਾਲ ਦਿਆਂ ਨੂੰ ਤੁਹਾਨੂੰ ਰਿਟਾਇਰ ਕਰ ਦਾਂਗੇ। ਆ ਅਗਨੀ ਪਥ ਜਿਹੜਾ ਹੁਣ ਚਲਾਇਆ, ਲਓ 21 ਸਾਲ ਦਾ ਨੌਜਵਾਨ ਸਾਬਕਾ ਫੌਜੀ ਕਹਾਇਆ ਕਰੂਗਾ, ਦੱਸੋ ਕਿੱਧਰ ਜਾਵਾਂਗੇ? ਤੇ ਆਪ 90 94 ਸਾਲ ਦੇ ਇਲੈਕਸ਼ਨਾਂ ਲੜੀ ਜਾਂਦੇ ਆ। ਇੱਕ ਮੌਕਾ ਹੋਰ ਦਿਓ ਜੀ, ਬਹੁਤ ਮੌਕੇ ਦੇਤੇ ਜੀ। ਸੋ ਵੀਰੋ, ਆਪਾਂ ਲੋਕਾਂ ਦਾ ਰਾਜ ਲੈ ਕੇ ਆਉਣਾ ਹੈ। ਮਾਲਕ ਤੁਸੀਂ ਹੋ, ਸਾਡੇ ਹੱਥ 'ਚ ਤਾਂ ਪੈਨ ਹੈ, ਮਾਲਕ ਤੁਸੀਂ ਹੋ। ਵਪਾਰੀ ਵੀਰ ਬੈਠੇ ਨੇ, ਚੀਮਿਆਂ ਤੋਂ ਵੀ ਬਹੁਤ ਸਾਰੇ ਮੇਰੇ ਦੋਸਤ ਆਏ ਨੇ, ਦਿੜਬੇ ਤੋਂ ਆਏ ਨੇ, ਮਹਿਲਾਂ ਤੋਂ ਆਏ ਨੇ, ਸੰਗਰੂਰ ਤੋਂ ਵੀ ਆਏ ਨੇ। ਇੱਕ ਗੱਲ ਮੇਰੀ ਯਾਦ ਰੱਖ ਲਿਓ ਕਿ ਜਿਹੜਾ ਸੰਗਰੂਰ ਹੈ, ਜਿੰਨਾ ਪਿਆਰ ਤੁਸੀਂ ਦਿੱਤਾ, ਮੈਂ ਉਹਦਾ ਕਰਜ਼ਾ ਤਾਂ ਕਈ ਜਨਮ ਨਹੀਂ ਲਾ ਸਕਦਾ, ਪਰ ਇੰਨਾ ਕਿ ਮੈਂ ਤੁਹਾਨੂੰ ਕਹਿਣਾ ਕਿ ਥੋੜ੍ਹਾ ਜਿਹਾ ਮੈਨੂੰ ਟਾਈਮ ਦੇ ਦਿਓ, ਲੋਕ ਤੁਹਾਡੇ ਨਾਲ ਫੋਟੋਆਂ ਖਿਚਾਉਣ ਆਇਆ ਕਰਨਗੇ, ਸੰਗਰੂਰ ਦੇਖਣ ਆਇਆ ਕਰਨਗੇ ਕਿਹਾ ਜਿਹਾ ਬਣਾਤਾ। ਮਸਤੂਆਣਾ ਸਾਹਿਬ ਸੰਤ ਅਤਰ ਸਿੰਘ ਜੀ ਦੇ ਨਾਂ ਤੇ ਜ਼ਮੀਨ ਟਰਾਂਸਫਰ ਹੋ ਗਈ। ਅੰਗੀਠਾ ਸਾਹਿਬ ਗੁਰਦੁਆਰਾ ਸਾਹਿਬ ਵਾਲਿਆਂ ਨੇ ਦਿੱਤੀ 25 ਕਿੱਲੇ, ਤੇ ਇੱਕ ਸ਼ਾਨਦਾਰ ਮੈਡੀਕਲ ਕਾਲਜ ਜਿਹੜਾ ਹੈ ਉਹ ਉੱਥੇ ਮੇਨ ਰੋਡ ਤੇ ਆ ਰਿਹਾ, ਜਿੱਥੋਂ ਆਪਣੇ ਧੀਆਂ ਪੁੱਤ ਪੜ੍ਹ ਕੇ ਡਾਕਟਰ ਬਣਨਗੇ, ਕੰਮ ਮਿਲੂਗਾ, ਰੋਜ਼ਗਾਰ ਮਿਲੂਗਾ। ਆ ਤੁਹਾਡੇ ਵਾਲਾ ਹਸਪਤਾਲ ਜਿਹੜਾ ਆਪ ਓਵਰਬ੍ਰਿਜ ਕੋਲੇ, ਇਹਨੂੰ ਵੀ ਅਪਗ੍ਰੇਡ ਕਰਾਂਗੇ। ਇਹ ਥੋੜੀ ਹੈ ਕਿ ਚਲੇ ਗਏ ਲਿਖ ਦਿਓ ਜੀ ਰਜਿੰਦਰਾ ਚ ਲੈ ਜਾਓ, ਬਸ ਰੈਫਰ ਸੈਂਟਰ ਬਣ ਗਏ ਬਸ, ਜਾਂ DMC ਲੈ ਜਾਓ। ਸੋ ਇਸ ਕਰਕੇ ਸੰਗਰੂਰ ਨੂੰ ਨਮੂਨੇ ਦਾ ਸ਼ਹਿਰ, ਜ਼ਿਲ੍ਹਾ, ਲੋਕ ਸਭਾ, ਨਮੂਨੇ ਦਾ ਲੋਕ ਸਭਾ ਹਲਕਾ ਬਣਾਉਣਾ ਹੈ, ਕਿਉਂਕਿ ਆਪਾਂ ਕੁਝ ਖਾਣਾ ਨਹੀਂ ਤੇ ਉਹਨਾਂ ਨੂੰ ਆਪਾਂ ਖਾਣ ਦੇਣਾ ਨਹੀਂ। ਠੀਕ ਹੈ, ਦੋ ਤਿੰਨ ਤਾਂ ਚਲੇ ਗਏ, 2-3 ਦੀ ਤਿਆਰੀ ਹੈ, ਬਸ ਕਾਗਜ਼ ਇਕੱਠੇ ਕਰੀ ਜਾਂਦੇ ਹਾਂ। ਕਾਗਜ਼ ਹੀ ਇੰਨੇ ਨੇ, ਸਾਨੂੰ ਇਕੱਠੇ ਕਰਨ 'ਤੇ ਬਹੁਤ ਟਾਈਮ ਲੱਗ ਜਾਂਦਾ ਹੈ, ਕਿਹੜਾ ਘੱਟ ਕੀਤੇ ਆ ਘਪਲੇ। ਸੋ ਇਸ ਕਰਕੇ ਤੁਹਾਡੇ ਪੈਸੇ ਦਾ ਹਿਸਾਬ ਲਵਾਂਗੇ, ਔਰ ਤੁਸੀਂ ਜਿੰਨਾ ਪਿਆਰ ਦੇ ਰਹੇ ਹੋ, ਮੈਨੂੰ ਉਮੀਦ ਹੈ 23 ਤਰੀਕ ਨੂੰ ਗੁਰਮੇਲ ਸਰਪੰਚ ਆ ਜਿਹੜਾ ਕਰਾਚੋਂ ਦਾ, ਆਮ ਮੁੰਡਾ 38 ਸਾਲ ਦਾ, ਇਹ ਅਰਵਿੰਦ ਕੇਜਰੀਵਾਲ ਦੀ ਪਾਰਟੀ ਕਰ ਸਕਦੀ ਹੈ ਕਿ 30 35 ਸਾਲ ਦੇ ਜਵਾਕਾਂ ਨੂੰ MLA MP ਬਣਾ ਸਕਦੀ ਹੈ। ਨਹੀਂ ਉਧਰ ਤਾਂ ਜੁੱਤੀਆਂ ਘਾਸ ਜਾਂਦੀਆਂ ਨੇ। ਮੈਨੂੰ ਇੱਕ ਬੰਦਾ ਮਿਲਿਆ, ਬਜ਼ੁਰਗ ਸੀ, ਮੈਨੂੰ ਕਹਿੰਦਾ ਪੁੱਤ ਮੈਂ ਵੱਡੇ ਢੀਂਡਸੇ ਨਾਲੋਂ 2 ਸਾਲ ਵੱਡਾ। ਮੈਂ ਕਿਹਾ ਅੱਛਾ, ਕੀ ਤੱਤ ਕੱਢਿਆ? ਤੱਤ ਕੀ? ਕਹਿੰਦਾ 40-45 ਸਾਲ ਉਹਦੇ ਪੈਰੀਂ ਹੱਥ ਲਾਈ ਗਏ, ਉਦੋਂ ਬਾਅਦ ਪਰਮਿੰਦਰ ਢੀਂਡਸਾ ਆ ਗਿਆ, ਉਹਦੇ ਲਾਈ ਗਏ, ਫਿਰ ਚੈਰੀ ਹੋਰੀ ਆ ਗਏ, ਉਹਨਾਂ ਦੇ ਲਾਈ ਗਏ। ਕਹਿੰਦਾ ਫਿਰ ਹੁਣ ਕਹਿੰਦੇ ਬੀਬਾ ਜੀ ਵੀ ਸ਼ਾਇਦ ਖੜੇ ਹੋਣਗੇ। ਅਸੀਂ ਤਾਂ ਕਹਿੰਦਾ ਪੈਰੀਆਂ ਹੱਥ ਲਾਉਂਦੇ ਰੋਡਵੇਜ਼ ਦੀ ਬੱਸ ਵਾਂਗੂ ਇੱਕ ਪਾਸਿਓਂ ਵਿੰਗਾ ਹੀ ਹੋ ਗਏ ਇਸ ਤਾਂ। ਹੁਣ ਤਾਂ ਕਹਿੰਦਾ ਆਪ ਹੀ ਐਂ ਹੱਥ ਜੁੜ ਜਾਂਦੇ ਨੇ। ਮੈਨੂੰ ਬਜ਼ੁਰਗ ਇੱਕ ਮਿਲਿਆ, ਜਰਨੈਲ ਭਾਜੀ, 80 ਸਾਲ ਦਾ ਬਜ਼ੁਰਗ, ਐਂ ਹੱਥ ਕਰਕੇ ਖੜ ਗਿਆ। ਮੈਂ ਉਹਦੇ ਹੱਥ ਫੜੇ, ਮੈਂ ਕਿਹਾ ਬਾਪੂ ਜੀ ਇੱਥੇ ਰੱਖੋ ਸਿਰ ਤੇ, ਅਸੀਂ ਹੱਥ ਜੜਾਉਣ ਵਾਲੇ ਲੀਡਰ ਨਹੀਂ। ਉਹਨੇ ਇਹੋ ਜਿਹੀ ਗੱਲ ਕਹੀ ਨਾ ਵੀ ਉਹਦਾ ਕੋਈ ਮੇਰੇ ਕੋਲ ਜਵਾਬ ਨਹੀਂ ਸੀ। ਉਹ ਕਹਿੰਦਾ ਪੁੱਤ ਕੀ ਕਰੀਏ, ਹੁਣ ਤਾਂ ਕਹਿੰਦਾ ਲੀਡਰਾਂ ਨੂੰ ਹੱਥ ਜੋੜ ਕੇ ਇੰਨੀ ਆਦਤ ਪੈ ਗਈ, ਸਾਡੇ ਤਾਂ ਇਹ ਕੰਟਰੋਲ 'ਚੋਂ ਹੀ ਬਾਹਰ ਹੋ ਗਏ, ਤਾਂ ਹੀ ਆਪ ਹੀ ਜੁੜ ਜਾਂਦੇ ਨੇ। ਹੁਣ ਬਸ ਆਹ ਕਰਤਾ ਇਹਨਾਂ ਨੇ ਕੰਮ ਸਾਡਾ। ਅਸੀਂ ਹੱਥ ਜੜਾਉਣ ਵਾਲੇ ਲੀਡਰ ਨਹੀਂ, ਅਸੀਂ ਤੁਹਾਡੇ ਨਾਲ ਹੱਥ ਮਿਲਾਉਣ ਵਾਲੇ ਹਾਂ, ਅਸੀਂ ਤੁਹਾਡੇ ਨਾਲ ਜੱਫੀਆਂ ਪਾਉਣ ਵਾਲੇ ਹਾਂ, ਅਸੀਂ ਤੁਹਾਡੇ ਨਾਲ ਪਿਆਰ ਨਾਲ ਚੱਲਣ ਵਾਲੇ ਲੀਡਰਾਂ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। 3 ਨੰਬਰ 'ਤੇ ਬਟਨ ਹੈ, ਆਉਣਾ ਆਪਾਂ ਪਹਿਲੇ ਨੰਬਰ 'ਤੇ ਹੈ, ਤਾਂ ਕਿ ਪੰਜਾਬ ਦੀ ਆਵਾਜ਼ ਸੰਗਰੂਰ ਦੀ ਫਿਰ ਇੱਕ ਵਾਰੀ ਉੱਥੇ ਜਾ ਕੇ ਲੋਕ ਸਭਾ 'ਚ ਗੂੰਜੇ। ਬਾਕੀ ਮੈਂ ਹੈਗਾ ਗੁਰਮੇਲ ਨੂੰ ਸਾਰੇ ਪਾਸਵਰਡ ਦੱਸੂ ਵੀ ਆਹ ਕਰ ਲਿਆ ਕਰ, ਚੱਕ ਦਿਆ ਕਰ ਫਟੇ। ਹਾਂ, ਡਰ ਨਹੀਂ ਉਹਨੂੰ ਦਿੰਦੇ ਆਪਾਂ ਵੀ ਨਾ ਮੈਂ ਠੀਕ ਹੈ ਨਾ। ਬਾਕੀ ਹੁਣ ਤਾਂ ਸੁੱਖ ਨਾਲ ਆਪਣੇ ਰਾਜ ਸਭਾ 'ਚ ਵੀ 10 ਹੋ ਗਏ, 3 ਦਿੱਲੀ ਤੋਂ 7 ਇੱਥੋਂ, ਠੀਕ ਹੈ ਜੀ। ਤੇ ਆਹ 11ਵਾਂ ਹੋ ਜੂ। 11 ਦਾ ਮਤਲਬ ਕੀ ਹੁੰਦਾ? ਵਿਕਟਰੀ।
ਠੀਕ ਹੈ ਨਾ, 11ਵਾਂ ਇਹ ਹੋ ਜੂ, ਬਾਕੀ 2024 ਚ 12-13 ਉਦੋਂ ਜਾਣਗੇ। ਆਪਾਂ ਤਾਂ ਭਰ ਦਿਆਂਗੇ ਉੱਥੇ, ਉਹ ਪਤਾ ਲੱਗੇ ਵੀ ਹਾਂ ਪੰਜਾਬ ਕੁਝ ਕਰਦਾ ਹੈ। ਔਰ ਪੰਜਾਬ ਜਦੋਂ ਕਰਦਾ ਹੈ, ਪੰਜਾਬ ਨਵਾਂ ਕਰਦਾ ਹੈ, ਪੰਜਾਬ ਹਰੇਕ ਇਨਕਲਾਬ ਜਿਹੜਾ ਪੰਜਾਬ ਤੋਂ ਸ਼ੁਰੂ ਹੋਇਆ, ਆਹ ਇਨਕਲਾਬ ਵੀ ਤੁਹਾਡੇ ਨਾਮ ਲੱਗੂਗਾ। ਮੈਂ ਜੇ ਕਿਸੇ ਦੇ ਸ਼ਾਨ ਦੇ ਖਿਲਾਫ ਕੋਈ ਲਫ਼ਜ਼ ਬੋਲਿਆ ਗਿਆ ਹੋਵੇ, ਮੈਂ ਮਾਫੀ ਚਾਹੁੰਦਾ। ਔਰ ਮੈਂ ਤੁਹਾਨੂੰ ਵਾਅਦਾ ਕਰਦਾ, ਵਪਾਰੀਆਂ ਨੂੰ, ਛੋਟੇ ਵਪਾਰੀਆਂ ਨੂੰ, ਦੁਕਾਨਦਾਰਾਂ ਨੂੰ, ਕਿ ਤੁਹਾਨੂੰ ਭੈ ਮੁਕਤ ਮਾਹੌਲ ਦੇਵਾਂਗੇ, ਸਿੰਗਲ ਵਿੰਡੋ ਸਿਸਟਮ ਦੇਵਾਂਗੇ। ਕਿਸੇ ਅਫਸਰ ਦੇ ਕੋਲ ਜਾ ਕੇ CLU ਲਾਇਸੈਂਸਾ ਪ੍ਰਦੂਸ਼ਣ ਬੋਵਾ ਇੱਕੋ ਪੋਰਟਲ ਕਰ ਦਾਂਗੇ, ਘਰੇ ਬੈਠੇ ਸਰਕਾਰੀ ਫੀਸ ਭਰਿਓ ਤੇ ਪ੍ਰਿੰਟ ਆਊਟ ਕੱਢ ਲਿਆ ਕਰੋ, ਕਿਤੇ ਨਹੀਂ ਜਾਣ ਦੀ ਲੋੜ ਪਊਗੀ। ਬਸ ਆਪਦੀਆਂ ਫੈਕਟਰੀਆਂ ਵੱਡੀਆਂ ਕਰੋ, ਜਿੰਨੀਆਂ ਫੈਕਟਰੀਆਂ ਵੱਡੀਆਂ ਹੋਣਗੀਆਂ ਵੱਧ ਮੁੰਡੇ ਕੁੜੀਆਂ ਨੂੰ ਰੋਜ਼ਗਾਰ ਮਿਲੂਗਾ। ਮੈਂ ਇਹ ਚਾਹੁੰਦਾ, ਤੁਸੀਂ ਮੇਰੇ ਕੋਲ 3 ਯੂਨਿਟਾਂ ਦੀ ਮਨਜ਼ੂਰੀ ਲੈਣ ਆਉਂਗੇ, ਮੈਂ 5 ਦੀ ਦੇਵਾਂਗਾ ਮਨਜ਼ੂਰੀ। ਇਸ ਗੱਲੋਂ ਪਰਵਾਹ ਨਾ ਕਰਿਓ। ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਕੰਮ ਦਿਓ, ਤੁਸੀਂ ਭਾਗਿਆ ਵਿਧਾਤਾ ਬਣ ਸਕਦੇ ਹੋ। ਬਹੁਤ ਸਾਰੇ ਘਰਾਂ ਦੀ ਰੋਟੀ ਜਿਹੜੀ ਹੈ ਤੁਹਾਡੇ ਚੱਲਦੀ ਹੈ। ਆਪਾਂ ਹੋਰ ਚੁੱਲ੍ਹੇ ਜਿਹੜੇ ਨੇ ਉਹ ਬੁਝਣ ਨਹੀਂ ਦੇਣੇ। ਮੈਂ ਤੁਹਾਡੇ ਨਾਲ ਹਾਂ, ਜਦੋਂ ਮਰਜ਼ੀ ਮੋਢਾ ਫੜ ਲਿਓ, ਜਦੋਂ ਮਰਜ਼ੀ ਮੈਨੂੰ ਬੁਲਾ ਲਿਓ ਕਿ ਕਾਕਾ ਇੱਥੇ ਗਲਤ ਹੈ, ਐਂ ਕਰ ਠੀਕ, ਕਿਉਂਕਿ ਰਲ ਮਿਲ ਕੇ ਸਰਕਾਰ ਚਲਾਉਣੀ ਹੈ। ਦੋਨੋਂ ਹੱਥੋਂ ਉੱਪਰ ਚੱਕ ਕੇ ਮਨੀਸ਼ ਸਿਸੋਦੀਆ ਜੀ ਨੂੰ ਇਹ ਦੱਸ ਦਿਓ, ਕਿਉਂਕਿ ਇਹਨਾਂ ਨੇ ਜਾ ਕੇ ਕੇਜਰੀਵਾਲ ਜੀ ਨੂੰ ਦੱਸਣਾ ਕਿ ਸਨਾਮ ਕੀ ਹਾਲ ਸੀ। ਉਹਨੇ ਸਨਾਮ ਤੇ ਬਹੁਤ ਜ਼ਿਆਦਾ ਉਹਨੂੰ ਪਿਆਰ ਕਰਦੇ ਆ, ਪਹਿਲਾਂ ਵੀ ਕਿੰਨੀ ਵਾਰੀ ਆਏ ਆਪਾਂ ਇੱਥੇ, ਤੇ ਉਹ ਇਹਨਾਂ ਨੇ ਜਾ ਕੇ ਉੱਥੇ ਦੱਸਣਾ ਤਾਂ ਕਿ ਇਹ ਜਿਹੜਾ ਜਾ ਕੇ ਦੱਸ ਦੇਣ ਕਿ ਆਹ ਸਨਾਮ ਭਾਈ ਆਹ ਹਾਲ ਸੀ। ਇਨਕਲਾਬ ਥੋੜਾ ਜਿਹਾ ਹੋਰ ਕਰ ਦਿਓ, ਇਨਕਲਾਬ, ਇਨਕਲਾਬ, ਵੰਦੇ ਭਾਰਤ ਮਾਤਾ ਕੀ, ਬੋਲੇ ਸੋ ਨਿਹਾਲ। ਜੇ ਕਿਸੇ ਕੋਲ ਕੋਈ ਫਾਈਲ ਹੈ ਤਾਂ ਮੈਂ ਇੱਥੇ ਆ ਜਾਣਾ, ਮੈਂ ਆ ਜਾਣਾ, ਮੈਂ ਆ ਜਾਵਾਂ, ਮੈਂ ਤੁਹਾਡੇ ਕੋਲ ਆਣਾ, ਮੈਨੂੰ ਫਾਈਲ ਇੱਕ ਜਾਣਾ ਇੱਕ ਫਾਈਲ ਦੇ ਦਿਓ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਹੌਲੀ ਜਾਇਓ, ਧੰਨਵਾਦ। मैं निकल जा रहा हूँ।